ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ KTV ਉੱਤੇ ਤੁਸੀਂ ਅੱਜ ਦਾ ਇੱਕ ਖਾਸ ਪ੍ਰੋਗਰਾਮ ਦੇਖ ਰਹੇ ਹੋ। ਕੁਝ ਇੱਕ ਹਫ਼ਤੇ ਪਹਿਲਾਂ ਅਸੀਂ ਪ੍ਰੋਗਰਾਮ ਸਟਾਰਟ ਕੀਤੇ ਸੀਗੇ ਜਿਨ੍ਹਾਂ ਦੇ ਵਿੱਚ ਜਿਹੜੀ ਅਵੇਅਰਨੈਸ ਆ ਡੋਮੈਸਟਿਕ ਵਾਇਲੈਂਸ ਨੂੰ ਖਾਸ ਤੌਰ ਦੇ ਉੱਤੇ ਲੈ ਕੇ ਜਾਂ ਡੋਮੈਸਟਿਕ ਅਬਿਊਜ਼ ਉਹਨਾਂ ਦੇ ਉੱਤੇ ਗੱਲਬਾਤ ਕਰਨ ਦੇ ਵਾਸਤੇ। ਪਹਿਲਾਂ ਤਾਂ ਵੀ ਆਰ ਵੈਰੀ ਗ੍ਰੇਟਫੁਲ ਟੂ ਯੂ। ਸਭ ਤੋਂ ਪਹਿਲਾਂ ਜਿਹੜਾ ਤੁਸੀਂ ਸਾਨੂੰ ਰਿਸਪੌਂਸ ਦਿੱਤਾ ਆ, ਜਿਹੜੀਆਂ ਕਾਲਸ ਆਈਆਂ ਨੇ ਮੇਰੇ ਖਿਆਲ ਬਹੁਤ ਹੀ ਵਧੀਆ ਆ। ਤੇ ਇਹਦੇ ਵਿੱਚ ਮੈਂ ਜ਼ਰੂਰ ਕਹੂੰਗਾ ਕਿ ਜਿਹੜੀ ਪਬਲਿਕ ਆ ਉਹ ਵਧਾਈ ਦੀ ਪਾਤਰ ਆ, ਕਿਉਂਕਿ ਪਬਲਿਕ ਦੀ ਸਪੋਰਟ ਤੋਂ ਬਿਨਾਂ ਕੋਈ ਵੀ ਜਿਹੜਾ ਪ੍ਰੋਗਰਾਮ ਆ ਉਹ ਕਾਮਯਾਬ ਨਹੀਂ ਹੁੰਦਾ। ਸੋ ਡੈਫੀਨਿਟਲੀ ਵੈਰੀ ਗ੍ਰੇਟਫੁਲ ਟੂ ਯੂ। ਤੁਸੀਂ ਜਿੱਥੇ ਵੀ ਹੋ ਦੁਨੀਆ ਦੇ ਜਿਸ ਵੀ ਕੋਨੇ 'ਤੇ ਬੈਠੇ ਹੋਏ ਹੋ KTV ਦੀ ਸਪੋਰਟ ਕਰਦੇ ਹੋ ਔਰ ਇਹੋ ਜਿਹੇ ਜਿਹੜੇ ਸ਼ੋਜ਼ ਨੇ ਉਹਨਾਂ ਦੀ ਸਪੋਰਟ ਕਰਦੇ ਹੋ, ਕਿਉਂਕਿ ਉਹਦੇ ਨਾਲ ਆਟੋਮੈਟਿਕਲੀ ਕੀ ਹੁੰਦਾ ਆ ਕਿ ਜਿਹੜੀ ਮੈਨੇਜਮੈਂਟ ਆ ਟੀਮ ਆ KTV ਦੇ ਉੱਤੇ ਸਾਡਾ ਵੀ ਜਿਹੜਾ ਉਹ ਹੌਸਲਾ ਵੱਧਦਾ ਕਿ ਅਸੀਂ ਇਹੋ ਜਿਹੇ ਹੋਰ ਜਿਹੜੇ ਪ੍ਰੋਗਰਾਮ ਨੇ ਉਹ ਇਨਫੋਰਮੇਟਿਵ ਸ਼ੋਜ਼ ਜਿਹੜੇ ਆ ਤੁਹਾਡੇ ਵਾਸਤੇ ਅਸੀਂ ਲੈ ਕੇ ਆਈਏ। ਇਹਨਾਂ ਸ਼ੋਜ਼ ਦੇ ਵਿੱਚ ਅਸੀਂ ਗੱਲਬਾਤ ਕਰ ਚੁੱਕੇ ਹਾਂ ਡੋਮੈਸਟਿਕ ਵਾਇਲੈਂਸ ਕੀ ਹੁੰਦੀ ਆ, ਡੋਮੈਸਟਿਕ ਵਾਇਲੈਂਸ ਦੇ ਅਲੱਗ-ਅਲੱਗ ਕਾਰਨ। ਬੇਸ਼ੱਕ ਉਹਦੇ 'ਚ ਸਿਰਫ ਇਹੀ ਨਹੀਂ ਕਿ ਡੋਮੈਸਟਿਕ ਵਾਇਲੈਂਸ ਸਿਰਫ ਆਪਾਂ ਇੱਕ ਲੜਾਈ ਮਾਰ-ਕੁੱਟ ਨੂੰ ਹੀ ਆਪਾਂ ਕਹਿੰਦੇ ਆ, ਉਹਦੇ ਵਿੱਚ ਮੈਂਟਲ ਅਬਿਊਜ਼ ਵੀ ਆਉਂਦਾ ਆ, ਉਹਦੇ ਵਿੱਚ ਬੱਚਿਆਂ ਦੇ ਨਾਲ ਵੀ ਜੋ ਕੁਝ ਹੁੰਦਾ ਆ। ਸੋ ਬਹੁਤ ਅਲੱਗ-ਅਲੱਗ ਜਿਹੜੀਆਂ ਉਹ ਡੈਪਥ ਵਿੱਚ ਉਹ ਜਿਹੜੀਆਂ ਚੀਜ਼ਾਂ ਨੇ। ਇੱਕ ਜਿਹੜੀ ਜ਼ਰੂਰੀ ਚੀਜ਼ ਇਹ ਹੈ ਕਿ ਸਾਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਹੋਣਾ ਚਾਹੀਦਾ। ਸਾਡੇ ਆਲੇ ਦੁਆਲੇ ਕੀ ਹੋ ਰਿਹਾ ਆ ਉਹ ਚੀਜ਼ਾਂ ਬਹੁਤ ਜ਼ਰੂਰੀ ਨੇ ਅੱਜ ਦੀ ਡੇਟ ਵਿੱਚ, ਸਪੈਸ਼ਲੀ ਜੇ ਅਸੀਂ ਕਹੀਏ ਅਸੀਂ ਆਪਣੇ ਬੱਚਿਆਂ ਨੂੰ ਵੀ ਅੱਗੇ ਜਾ ਕੇ ਐਜੂਕੇਟ ਕਰਨਾ ਆ। ਅਸੀਂ ਉਹਨਾਂ ਨੂੰ ਤਾਂ ਹੀ ਐਜੂਕੇਟ ਕਰ ਸਕਾਂਗੇ ਜੇ ਅਸੀਂ ਐਜੂਕੇਟ ਹੋਵਾਂਗੇ। ਜੇ ਨਹੀਂ ਪਤਾ ਤਾਂ ਫਿਰ ਕਈ ਵਾਰੀ ਉਹੀ ਹੁੰਦਾ ਕਿ ਸੁਣੀ ਸੁਣਾਈ ਗੱਲ ਆ, ਫਿਰ ਜਾਂ ਤਾਂ ਉਹ ਜਿਹੜੇ ਇਸ਼ੂਜ਼ ਹੁੰਦੇ ਨੇ ਵੀ ਬ੍ਰਸ਼ ਇਟ ਅੰਡਰ ਦ ਕਾਰਪੇਟ, ਅਸੀਂ ਉਹਨਾਂ ਬਾਰੇ ਗੱਲ ਨਹੀਂ ਕਰਦੇ, ਜਾਂ ਫਿਰ ਅਸੀਂ ਇੱਕ ਪੰਜਾਬੀ ਵਿੱਚ ਕਹਿ ਦਿੰਦੇ ਕੋਈ ਨਹੀਂ। ਸੋ ਉਹ ਕੋਈ ਨਹੀਂ ਜਿਹੜਾ ਆ ਉਹ ਕਈ ਵਾਰੀ ਬਹੁਤ ਕੁਝ ਵੱਡਾ ਇੱਕ ਬਣ ਜਾਂਦਾ ਆ, ਅਤੇ ਉਹ ਛੋਟੀ ਜਿਹੀ ਜਿਹੜੀ ਗੱਲ ਆ ਜਿਹੜੀ ਕਿ ਸੁਲਝ ਸਕਦੀ ਸੀ, ਜਿਹੜੀ ਠੀਕ ਹੋ ਸਕਦੀ ਸੀ, ਉਹ ਬਹੁਤ ਵੱਡੀ ਹੋ ਜਾਂਦੀ ਹੈ। ਇਸ ਪ੍ਰੋਗਰਾਮ ਦੇ ਵਿੱਚ ਸਾਡੇ ਜਿਹੜੇ ਐਕਸਪਰਟ ਨੇ ਰਾਜ ਥਿੰਦ ਉਹ ਸਾਡਾ ਸਾਥ ਦਿੰਦੇ ਨੇ। ਰਾਜ ਇਜ਼ ਬੀਨ ਇਨ ਦ ਇੰਡਸਟਰੀ ਫॉर 11 years 11 ਸਾਲਾਂ ਤੋਂ, ਔਰ ਬਹੁਤ ਅਲੱਗ-ਅਲੱਗ ਕੇਸਿਸ ਉੱਤੇ ਕੰਮ ਕਰਦੇ ਨੇ। ਬਲੈਕ ਕੰਟਰੀ ਵਿਮਨਸ ਏਡ ਦੇ ਨਾਲ ਕੰਮ ਕਰਦੇ ਨੇ, ਬਹੁਤ ਹਾਈ ਪੋਜੀਸ਼ਨ 'ਤੇ ਨੇ। ਆਈ ਥਿੰਕ ਇਜ਼ ਅ ਵੈਰੀ, ਮੈਂ ਪਹਿਲੋਂ ਵੀ ਮੈਂ ਇਹ ਪ੍ਰੋਗਰਾਮ ਦੇ ਵਿੱਚ ਕਿਹਾ ਸੀ, ਆਈ ਥਿੰਕ ਇਜ਼ ਐਕਚੁਅਲੀ ਫੈਂਟੈਸਟਿਕ ਐਂਡ ਰੀਲੀ ਇੱਕ ਬੜੀ ਇੱਕ ਮਾਣ ਵਾਲੀ ਸਤਿਕਾਰ ਵਾਲੀ ਗੱਲ ਆ ਕਿ ਸਾਡੀ ਕਮਿਊਨਿਟੀ ਦੇ ਵਿੱਚੋਂ ਸਾਡੀਆਂ ਕੁੜੀਆਂ ਅੱਗੇ ਆ ਕੇ ਉਹ ਇਹ ਜਿਹੜਾ ਆ ਇਨੀਸ਼ੀਏਟਿਵ ਲੈ ਰਹੀਆਂ ਨੇ ਅੱਗੇ ਆ ਕੇ, ਕਿਉਂਕਿ women they're strong, they're courageous definitely, and the intelligence is there, and without a doubt ਇੱਕ ਫੈਮਿਲੀ ਦੀ ਕਮਿਊਨਿਟੀ ਦੀ ਇੱਕ ਬਹੁਤ ਵਧੀਆ ਐਂਬੈਸਡਰ ਵੀ ਨੇ। ਸੋ ਅੱਜ ਫਿਰ ਸਾਡੇ ਨਾਲ ਸਟੂਡੀਓ ਦੇ ਵਿੱਚ ਰਾਜ ਥਿੰਦ ਹੋਰੀ ਨੇ, ਇਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ and thank you very much for coming. Raj, we've been talking about different subjects. First of all, thank you because we had a lot of phone calls, and I think it is to raise the awareness, and the best thing is that through you, through these programs, we are raising that awareness. Yeah, that's the most important thing. Exactly. Now today the subject that we're going to touch, very touchy subject in a way as well, modern slavery. Yeah. Because ਜਦੋਂ ਆਪਾਂ ਗੱਲ ਕਰਦੇ ਆ, ਮੈਂ ਇਸ ਕਰਕੇ ਵੀ ਕਿਉਂਕਿ ਅੱਜ ਕੱਲ੍ਹ ਨਾ ਉਹ ਜਦੋਂ ਰੌਲਾ ਪੈਂਦਾ ਆ ਕੋਈ ਵੀ ਉਦੋਂ ਸਲੇਵਰੀ ਦੀ ਗੱਲ ਹੁੰਦੀ ਆ, ਤੇ ਮੇਰੇ ਖਿਆਲ ਸਲੇਵਰੀ ਨੂੰ ਆਪਾਂ ਸਿਰਫ ਇਹੀ ਸਮਝਦੇ ਆ ਜਿਹੜਾ ਪੁਰਾਣੇ ਸਮਿਆਂ ਦੇ ਵਿੱਚ ਉਹ ਸਲੇਵਰੀ ਹੁੰਦੀ ਸੀ। ਪਰ ਟੈਕਨੀਕਲੀ ਅੱਜ ਦੇ ਜ਼ਮਾਨੇ ਦੇ ਵਿੱਚ ਵੀ ਹਾਂ ਉਹਦਾ ਕਹਿ ਲਓ ਕਿ ਇੱਕ ਜਿਹੜਾ ਰੂਪ ਆ, ਜਿਹੜੀ ਉਹਦਾ ਇਮੇਜ ਆ ਉਹ ਚੇਂਜ ਹੋ ਚੁੱਕੀ ਆ, ਪਰ ਅਜੇ ਵੀ ਮਾਡਰਨ ਸਲੇਵਰੀ ਹੈ ਆ। ਸਭ ਤੋਂ ਪਹਿਲਾਂ let's begin with this, that what is modern slavery? Okay, so ਜਦੋਂ ਅਸੀਂ ਕਹਿੰਦੇ ਮਾਡਰਨ ਸਲੇਵਰੀ, ਇਹਦਾ ਮਤਲਬ ਹੁੰਦਾ ਜਦੋਂ ਤੁਸੀਂ ਕਿਸੇ ਦੀ ਐਕਸਪਲੋਇਟੇਸ਼ਨ ਕਰਦੇ ਆ। ਐਗਜ਼ਾਮਪਲ ਲੈ ਲਓ, ਤੁਸੀਂ ਕਿਸੇ ਨੂੰ ਬਾਹਰੋਂ ਲੈ ਕੇ ਆਉਂਦੇ ਆ, ਤੁਸੀਂ ਕਹਿ ਦਿੰਦੇ ਆ ਅਸੀਂ ਤੁਹਾਨੂੰ ਇੱਥੇ ਤੁਸੀਂ ਕਹਿ ਲਓ ਸੁਪਰਮਾਰਕੀਟ 'ਚ ਕੰਮ ਕਰਨਾ, ਠੀਕ ਆ, ਇੱਥੇ ਆ ਕੇ ਤੁਹਾਡਾ ਪੇਪਰ ਸਾਰਾ ਕੁਛ ਅਸੀਂ ਕਰਕੇ ਤੁਹਾਨੂੰ ਇਸ ਕਰਕੇ ਇੱਥੇ ਲੈ ਕੇ ਆਉਣਾ। ਪਰ ਜਿੱਥੋਂ ਤੁਸੀਂ ਆਉਣਾ ਉਹ ਜਿਹੜੀ ਤੁਹਾਡੀ ਜਰਨੀ ਆ ਉਹ ਕਿੱਥੋਂ ਕਿੱਥੋਂ ਲੰਘਦੀ ਆ। ਇਹਦਾ ਨਹੀਂ ਮਤਲਬ ਕਹਿੰਦੇ ਤੁਹਾਨੂੰ ਜਸਟ ਐਗਜ਼ਾਮਪਲ ਲੈ, ਅਸੀਂ ਕਹਿ ਦੇਵਾਂਗੇ ਪੰਜਾਬ ਤੋਂ ਅਸੀਂ ਕਿਸੇ ਨੂੰ ਇੱਥੇ ਲੈ ਕੇ ਆਉਣਾ ਤਾਂ ਉਹਨੇ ਨੇ ਇੱਥੇ ਆ ਕੇ ਆਹ ਕੰਮ ਕਰਨਾ। ਪਰ ਪੰਜਾਬ ਤੋਂ ਤੁਰਿਓ, ਸਾਨੂੰ ਕੀ ਪਤਾ ਉਹ ਕਿੱਥੇ ਕਿੱਥੇ ਪਹਿਲਾਂ ਜਾਓਗੇ, ਹੈ ਨਾ, ਕਿੰਨੀ ਚੈਲੰਜਿਸ ਪਹਿਲਾਂ ਹੋ ਗਏ, ਤਾਂ ਇੱਥੇ ਜਦ ਤੱਕ ਇੱਥੇ ਪਹੁੰਚਣਾ ਕਿੰਨਾ ਕੁਛ ਉਹਨਾਂ ਨੇ ਆਲਰੇਡੀ ਸਹਿ ਲਿਆ, ਤਾਂ ਜਦੋਂ ਇੱਥੇ ਆਏ ਕਹਿ ਲਓ ਬੰਦਾ ਫਸ ਗਿਆ। ਮਤਲਬ ਹੋ ਸਕਦਾ ਪਹਿਲਾਂ ਤਾਂ ਸਟਾਰਟ ਦੇ ਵਿੱਚ ਦ ਬਿਗਿਨਿੰਗ ਮੇਬੀ ਉਹ ਲੀਗਲ ਤਰੀਕੇ ਨਾਲ ਲੈ ਕੇ ਹੀ ਨਾ ਆਉਣ ਪਹਿਲਾਂ। ਇਹ ਤਾਂ ਡੈਫੀਨਿਟਲੀ ਮਾਡਰਨ ਸਲੇਵਰੀ ਵਿੱਚ ਹਮੇਸ਼ਾ ਇੱਦਾਂ ਹੀ ਹੁੰਦਾ ਆ, ਜਦੋਂ ਲੈ ਕੇ ਆਉਂਦੇ ਕਦੇ ਕੁਛ ਲੀਗਲ ਨਹੀਂ ਹੁੰਦਾ। ਓਕੇ, ਬਿਕਾਜ਼ ਉਹਦੇ ਨਾਲ ਫਿਰ ਕੰਟਰੋਲ ਹੋ ਜਾਂਦੀ ਆ, ਹੈ ਨਾ। ਪੈਸੇ ਅਸੀਂ ਲੈ ਲੈਂਦੇ ਆ, ਐਸੀ ਨਹੀਂ ਜਿਹੜੇ ਲੈਂਦੇ ਆ ਪੈਸੇ ਹੀ ਆ। ਸੋ ਪਹਿਲਾਂ ਤੁਸੀਂ ਪੇਮੈਂਟ ਦੇਣੀ ਆ, ਹੈ ਨਾ। ਪਹਿਲਾਂ ਉਹ ਅਸੀਂ ਸੋਚੀਏ ਜਦੋਂ ਪੇਮੈਂਟ ਦੇਣੀ ਆ ਉਹ ਪੈਸੇ ਕਿੱਥੋਂ ਤੁਸੀਂ ਲੈ ਆਵਾ, ਤੁਹਾਡੀ ਲਾਈਫ ਸੇਵਿੰਗਸ ਹੁੰਦੀ ਆ ਨੋਰਮਲੀ, ਹੈ ਨਾ। ਤਾਂ ਤੁਸੀਂ ਕਿਸੇ ਤੇ ਯਕੀਨ ਕੀਤਾ ਆ ਤਾਂ ਇਸ ਪਰਸਨ ਨੇ ਫੈਮਿਲੀ ਇਹ ਬੰਦੇ ਨੇ ਜਿਹਨੇ ਮਰਜੀ ਇੰਪਲੋਇਰ ਨੇ ਇਹਨੇ ਨੇ ਸਾਡੀ ਲਾਈਫ ਡਿਫਰੈਂਟ ਅਸੀਂ ਹੋਰ ਸ਼ੁਰੂ ਤੇ ਚੱਲਦੇ ਆ ਤਾਂ ਅਸੀਂ
ਜਿਹੜਾ ਕੰਮ ਕਰਨਾ ਆ ਸਾਡੀ ਲਾਈਫ ਹੋਰ ਕਿਤੇ ਬਣ ਜੂਗੀ ਓਕੇ ਬਟ ਜਿਹਨੇ ਨੇ ਤੁਹਾਡੇ ਤੋਂ ਪੈਸੇ ਲਏ ਆ ਉਹਨੇ ਦੇ ਜਿਹੜੀ ਸੋਚ ਆ ਉਹਨੇ ਦੇ ਜਿਹੜੇ ਏਜੰਡਾਸ ਆ ਉਹ ਡਿਫਰੈਂਟ ਹੁੰਦੇ ਆ ਰਾਈਟ ਓਕੇ ਉਹਨੇ ਨੇ ਇਦਾਂ ਦੇਖਣਾ ਤਾਂ ਅਸੀਂ ਇਹਨੇ ਚੋਂ ਕਿੰਨਾ ਕੁਛ ਲੈ ਸਕਦੇ ਆ ਪੈਸੇ ਵੀ ਲੈ ਲੈ ਤਾਂ ਅਸੀਂ ਕਹਿੰਦੇ ਅਸੀਂ ਇਹਨੂੰ ਸੈਲਰੀ ਦੇਣੀ ਆ ਪਰ ਸੈਲਰੀ ਨਹੀਂ ਦੇਣੀ ਸੋ ਉਹ ਜਿਹੜੇ ਗਲਤ ਡ੍ਰੀਮਸ ਨੇ ਉਹਨਾਂ ਨੂੰ ਦੇ ਦਿੱਤੇ ਜਾਂਦੇ ਆ ਰਾਈਟ ਡੈਫੀਨਿਟਲੀ ਸੋ ਉਹ ਹੁੰਦਾ ਮਾਡਰਨ ਡੇ ਸਲੇਵਰੀ ਓਕੇ ਜਿਹਨੂੰ ਅਸੀਂ ਕਹਿੰਦੇ ਟ੍ਰੈਫਿਕਿੰਗ ਸੇਮ ਚੀਜ਼ ਆ ਜੇ ਤੁਸੀਂ ਹੋਰ ਕੰਟਰੀ ਚੋਂ ਕਹਿ ਲਓ 5 ਕੁੜੀਆਂ ਆ ਇੱਕ ਕਾਲਜ ਪੜ੍ਹਦੀਆਂ ਆ ਓਕੇ ਅਸੀਂ ਕਹਿ ਦੇਣਾ ਉਸ ਕਾਲਜ ਐਡਵਰਟਾਈਜ਼ਰ ਲਾ ਦੇਵਾਂਗੇ ਤਾਂ ਓਪਰਚੁਨਿਟੀ ਤੁਹਾਨੂੰ ਯੂਰਪ ਦੇ ਵਿੱਚ ਜਾਣ ਨੂੰ ਆਹ ਕੰਮ ਕਰਨ ਉਹ ਕਰਨ ਠੀਕ ਆ ਤੁਸੀਂ ਸੋਚਦੇ ਆ ਤਾਂ ਓਕੇ ਸਾਡੇ 6 ਮਹੀਨੇ ਨਾਲੇ ਸਾਨੂੰ ਵੀਜ਼ਾ ਮਿਲ ਜੂਗਾ ਅਸੀਂ ਉੱਥੇ ਜਾ ਕੇ ਉਹ ਕੰਮ ਕਰ ਸਕਦੇ ਆ ਓਕੇ ਜਿਹੜੇ ਤੁਸੀਂ ਸੋਚੋ ਨਿਆਣੇ ਜਿਹੜੇ ਇਦਾਂ ਸੋਚਦੇ ਆ ਉਹਨਾਂ ਲਈ ਤਾਂ ਲਾਈਫ ਐਕਸਪੀਰੀਅੰਸ ਬਣ ਜਾਂਦੀ ਆ ਹੈਨਾ ਸੋ ਦੇ ਗੋਨਾ ਬੀ ਐਕਸਾਈਟਿਡ ਕੌਣ ਨਾ ਕਹੂਗਾ ਅਸੀਂ ਸਾਰੇ ਜੇ ਸਾਨੂੰ ਓਪਰਚੁਨਿਟੀ ਮਿਲੂਗੀ ਸਾਰੇ ਕਹਾਂਗੇ ਇਹ ਅਸੀਂ ਇਦਾਂ ਕਰਨਾ ਚਾਹੁੰਦੇ ਆ ਪਰ ਜੇ ਤੁਸੀਂ ਉੱਦਾਂ ਹੀ ਹੌਲੀਡੇ ਤੇ ਆਉਣਾ ਉਹ ਡਿਫਰੈਂਟ ਗੱਲ ਆ ਆਖੇ ਤੁਸੀਂ ਟਿਕਟ ਲੈਣੀ ਤੁਹਾਡੇ ਪੈਸੇ ਤੁਸੀਂ ਕੰਟਰੋਲ 'ਚ ਆ ਜਦੋਂ ਤੁਸੀਂ ਹੋਰ ਕਿਸੇ ਦੇ ਹੱਥਾਂ 'ਚੋਂ ਪੈਸੇ ਦੇਤੇ okay they become in control so they control everything so of your destiny okay ਉਹਨੇ ਨੇ ਫਿਰ ਤੁਹਾਡੇ ਪੈਸੇ ਵੀ ਲੈ ਕੇ ਜਿੱਥੇ ਤੁਸੀਂ ਜਾਣਾ ਆ ਉਹ ਸ਼ਾਇਦ ਨਹੀਂ ਸਹੀ ਜਗ੍ਹਾ ਹੋਗੀ ਤੁਹਾਨੂੰ ਕਹੋਗੇ ਤੁਸੀਂ ਫਾਰਮਾਂ 'ਚ ਕੰਮ ਕਰਨਾ ਪਰ ਤੁਹਾਡੇ ਤੋਂ ਹੋਰ ਕੰਮ ਕਰਾ ਲੈਂਦੇ ਆ ਐਕਸਪਲੋਇਟੇਸ਼ਨ ਹੋ ਜਾਂਦੀ ਆ ਉਹਨੂੰ ਅਸੀਂ ਕਹਿੰਦੇ ਟ੍ਰੈਫਿਕਿੰਗ so if I'm not wrong so there's another side to it as well ਵੀ ਤੁਹਾਨੂੰ ਜਿਹੜਾ ਕੰਮ ਕਹਿ ਕੇ ਉੱਥੇ ਬੁਲਾਇਆ ਜਾਂਦਾ ਆ ਉਹ ਕੰਮ ਨਹੀਂ ਕਰਵਾਇਆ ਜਾਂਦਾ ਪਰ ਤੁਹਾਡੇ ਕੋਲ ਹੋਰ ਕੰਮ ਲਏ ਜਾਂਦੇ ਆ ਫੋਰ ਐਗਜ਼ਾਮਪਲ ਜੇ ਕਿਸੇ ਨੂੰ ਆਪਾਂ ਇੱਥੇ ਬੁਲਾਈਏ ਵੀ ਤੁਸੀਂ ਆ ਕੇ ਇੱਕ ਦੁਕਾਨ ਦੇ ਉੱਤੇ ਕੰਮ ਕਰਨਾ ਆ ਪਰ ਨਾਲ ਹੀ ਫਿਰ ਉਹਦੇ ਕੋਲੋਂ ਅਸੀਂ ਘਰ ਦਾ ਕੰਮ ਵੀ ਕਰਵਾਈਏ so that becomes exploitation thing is trafficking modern day slavery is very sinister it's a very dark world okay because it's not simple that ਅਸੀਂ ਕਿਸੇ ਨੂੰ ਉੱਥੇ ਲੈ ਕੇ ਇੱਥੇ it's not ਇੱਕ ਜਗ੍ਹਾ ਤੋਂ ਲੈ ਕੇ ਦੂਸਰੀ ਜਗ੍ਹਾ ਤੱਕ ਪਠਾਲ ਦੇਣਾ it's not like that okay ਜਿੱਦਾਂ ਹੁਣ ਅਸੀਂ ਕੱਲ੍ਹ ਨੂੰ ਇੰਡੀਆ ਜਾਵਾਂਗੇ ਸਾਨੂੰ ਪਤਾ ਅਸੀਂ ਇੱਕ ਜਹਾਜ਼ ਤੇ ਜਾਣਾ ਕਿੱਥੇ ਉਤਰਨਾ ਤਾਂ ਜੇ ਸਾਡੀ ਕਨੈਕਟਿੰਗ ਫਲਾਈਟ ਕਿੱਥੇ ਕਨੈਕਟ ਕਰਨਾ okay ਜਿਹੜੇ ਟ੍ਰੈਫਿਕਡ ਹੋਏ ਹੁੰਦੇ ਆ ਉਹਨੇ ਨੂੰ ਇਹ ਨਹੀਂ ਤਾਂ ਪਤਾ ਉਹਨੇ ਨੇ ਕਿਸੇ ਦੇ ਹੱਥ ਪੈਸੇ ਦੇ ਦਿੱਤੇ ਉਹਨੇ ਨੂੰ ਨਹੀਂ ਪਤਾ that ਮੈਂ ਸਿੱਧਾ ਆਪਣੀ ਡੈਸਟੀਨੇਸ਼ਨ ਤੇ ਜਾਣਾ ਜਿੱਥੇ ਮੈਨੂੰ ਦੱਸਿਆ ਮੈਨੂੰ ਇੰਗਲੈਂਡ ਲੈ ਕੇ ਜਾਣਾ ਜੇ ਐਕਚੁਅਲੀ ਮੈਨੂੰ 6-7 ਜਗ੍ਹਾ ਤੋਂ ਪਹਿਲਾਂ ਹੋਰ ਸਟਾਪ ਕਰਾ ਕੇ ਉੱਥੋਂ ਉਹਨੇ ਨੇ ਮੈਨੂੰ ਪਹਿਲਾਂ ਕਹਿਣਾ ਇੱਥੇ ਆ ਕੇ ਤੈਨੂੰ ਹੁਣ ਕੁਛ ਕਰਨਾ ਪੈਣਾ ਉੱਥੇ 1 ਸਾਲ ਤੁਹਾਡਾ ਲੰਘ ਜਾਂਦਾ ਕੰਮ ਕਰਦਿਆਂ ਨੂੰ ਉਹ ਵੀ ਪੈਸੇ ਤੁਸੀਂ ਉਹ ਜਿਹੜੇ ਏਜੰਟ ਹੁੰਦੇ ਆ ਕਹਿ ਦਿੰਦੇ ਏਜੰਟਸ ਉਹਨਾਂ ਨੂੰ ਪੈਸੇ ਦੇਣੇ ਫਿਰ ਹੋਰ ਜਗ੍ਹਾ ਤੇ ਲੈ ਜਾਂਦੇ ਆ ਦੈਟਸ ਟ੍ਰੈਫਿਕ ਉਹਦਾ ਮਤਲਬ ਦਾ ਤੁਹਾਨੂੰ ਸਹੀ ਤਰੀਕੇ ਦੇ ਨਾਲ ਨਹੀਂ ਲੈ ਕੇ ਆਇਓ okay ਤੁਹਾਡੀ ਐਕਸਪਲੋਇਟੇਸ਼ਨ ਕੀਤੀ ਹੋ ਹੁਣ ਜਿਹੜੀ ਫੀਮੇਲਸ ਲਈ ਹੁੰਦਾ ਦੈਟਸ ਵੈਰੀ ਡੇਂਜਰਸ ਐਂਡ ਫॉर men because female mind you I mean I'll say that ਮੈਂ ਉਹ ਸਿੱਧੀ ਗੱਲ ਜਿਹੜੀ ਕਰੂੰਗਾ ਜਿਹੜਾ ਪੁਆਇੰਟ ਦੇ ਉੱਤੇ ਕਿ females sadly they get sexually abused and exploited as well right so what we've noticed is and that can happen with young men it can okay but ਹੁਣ ਜਿੱਦਾਂ ਅਸੀਂ ਜਿਹੜਾ ਅਸੀਂ ਕੰਮ ਕਰਦੇ ਆ ਜਦੋਂ ਅਸੀਂ ਕੋਰਟ 'ਚ ਬੈਠੇ ਹੁੰਦੇ ਸੀ ਕੇਸਿਸ ਇੱਦਾਂ ਦੇ ਸਾਹਮਣੇ a lot of the time ਇੱਦਾਂ ਬਾਹਰੋਂ ਕਿਸੇ ਨੂੰ ਲੈ ਕੇ ਤਾਂ ਇੱਥੇ ਉਹ ਘਰ 'ਚ ਬਿਠਾ ਦਿੰਦੇ ਆ ਜਿੱਥੇ ਉਹ ਡਰੱਗਸ ਗਰੋ ਕਰਦੇ ਹੋ ਗਏ okay so for example ਇੱਕ ਘਰ 'ਚ they growing weed for example okay ਤੁਸੀਂ ਇੱਥੇ ਦੇ ਬੰਦੇ ਨੂੰ ਨਹੀਂ ਉਸ ਘਰ 'ਚ ਬਿਠਾਉਣਾ okay because ਇੱਥੇ ਦੇ ਬੰਦੇ ਨੂੰ ਲੋਕੀ ਜਾਣਦੇ ਆ ਕਿਸੇ ਤੋਂ ਗੱਲ ਕੇ ਹੋ ਜੂਗੀ ਪਰ ਜਿਹੜੇ ਬਾਹਰੋਂ ਆਏ ਆ ਉਹਨੇ ਨੂੰ ਨਾ ਇੱਥੇ ਕੋਈ ਜਾਣਦਾ okay ਨਾ ਉਹ ਇੱਥੇ ਪੱਕੇ ਆ ਨਾ ਉਹਨੇ ਦੀ ਇੱਥੇ ਕੋਈ ਫੈਮਿਲੀ ਆ ਉਹਨੇ ਨੂੰ ਉੱਥੋਂ ਲੈ ਕੇ ਇਸ ਘਰਾਂ 'ਚ ਬਿਠਾ ਕੇ ਡਰੱਗਸ ਲੁੱਕ ਆਫਟਰ ਕਰਦੇ ਸੀ ਫਿਰ ਜਦੋਂ ਉਹ ਘਰ ਕਿਸੇ ਨੂੰ ਹੌਲੀ ਹੌਲੀ ਪਤਾ ਲੱਗਦਾ ਇੱਥੇ ਕੋਈ ਗਲਤ ਚੀਜ਼ ਹੁੰਦੀ ਆ ਪੁਲਿਸ ਨੂੰ ਕਈ ਵਾਰੀ ਉਹਨੇ ਨੂੰ ਇੱਦਾਂ ਵੀ ਨਹੀਂ ਪਤਾ ਲੱਗਦਾ ਉਹ ਬੰਦਾ ਕੌਣ ਹੈ ਜਿਹਨੇ ਉਹਨੇ ਨੂੰ ਉੱਥੋਂ ਲੈ ਕੇ ਇੱਥੇ ਬਿਠਾ ਲਿਆ ਜਿਹੜਾ ਬੰਦਾ ਬੈਠਾ ਆ ਉਹ ਫਸ ਜਾਂਦਾ ਸੋ ਉਹਨੂੰ ਪਤਾ ਨਹੀਂ ਉਹਨੂੰ ਰਿਐਲਿਟੀ ਦਾ ਨਹੀਂ ਪਤਾ ਇੱਕ ਤਾਂ ਰਿਐਲਿਟੀ ਦਾ ਨਹੀਂ ਪਤਾ ਨਾਲੇ ਉਹ ਇੱਥੇ ਲੀਗਲੀ ਆ okay so they've got no right to be here in the first place ਉੱਪਰੋਂ ਉਹਨੇ ਦੀ ਐਕਸਪਲੋਇਟੇਸ਼ਨ ਹੋਈ ਵਾ ਤਾਂ ਅਸੀਂ ਤੈਨੂੰ ਛੱਤ ਦਿੱਤੀ ਆ ਥੱਲੇ ਫਰਿੱਜ ਦੁੱਧ ਪਿਆ ਆ ਖਾਣ ਨੂੰ ਹੈਗਾ ਜਦੋਂ ਅਸੀਂ ਸੋਚੇ ਸਾਡੀ ਫਰਿੱਜ ਅਸੀਂ ਆਪਣੇ ਘਰ 'ਚ ਦੇਖਦੇ ਆ ਕਿੰਨਾ ਕੁਛ ਹੁੰਦਾ ਅਸੀਂ ਜਿਹੜੀ ਮਰਜ਼ੀ ਚੀਜ਼ ਲੈ ਲਈਏ ਜਿਹੜੇ ਇੱਦਾਂ ਦੀ ਜਗ੍ਹਾ 'ਚ ਰਹਿੰਦੇ ਆ ਉਹਨੇ ਕੋ ਕੁਛ ਨਹੀਂ ਹੁੰਦਾ they're not looked after is the right way but then they don't know anything better they don't know anything better because ਉਹਨੇ ਦੇ ਮਨ 'ਚ ਹੀ ਅਸੀਂ ਉੱਥੋਂ ਜਿੱਥੇ ਸੀਗੇ ਉੱਥੋਂ ਇੱਥੇ ਆ ਗਏ
but a lot of the time they say ਅਸੀਂ ਉੱਥੇ ਹੀ ਠੀਕ ਸੀਗੇ right okay so there's different forms of trafficking exploitation. Another thing as well in the modern slavery would you say ਕਿ ਕਈ ਵਾਰੀ ਜੇ ਮੰਨ ਲਓ ਕਿਉਂਕਿ ਉੱਥੇ ਕਾਫੀ ਵਾਰੀ ਆਪਾਂ ਅਖਬਾਰਾਂ ਦੇ ਵਿੱਚ ਮੈਂ ਜੇ ਇੰਗਲੈਂਡ ਦੀ ਵੀ ਗੱਲ ਕਰਾਂ ਕੁਛ ਇੱਕ ਲੋਕਲ ਨਿਊਜ਼ਪੇਪਰ ਕਈ ਵਾਰੀ ਜੇ ਮੰਨ ਲਓ ਕਿਸੇ ਨੇ ਇੱਕ ਐਡ ਦਿੱਤੀ ਹੋਈ ਆ ਉਸ ਐਡਵਰਟਾਈਜ਼ਮੈਂਟ ਦੇ ਵਿੱਚ ਇਹ ਆ ਵੀ ਤੁਸੀਂ ਸਾਡੇ ਘਰੇ ਆ ਕੇ ਵੀ ਤੁਹਾਨੂੰ ਅਸੀਂ ਫ੍ਰੀ ਦੇ ਵਿੱਚ ਅਕੋਮੋਡੇਸ਼ਨ ਦਿੰਨੇ ਆ ਪਰ ਤੁਸੀਂ ਉਹਦੇ ਬਦਲੇ ਸਾਨੂੰ ਮਤਲਬ ਓਬਵੀਅਸਲੀ 2 ਟਾਈਮ ਦਾ ਖਾਣਾ ਕੁੱਕ ਕਰਨਾ ਆ ਜਾਂ ਤੁਸੀਂ ਫੋਰ ਐਗਜ਼ਾਮਪਲ ਸਾਡੇ ਬੱਚੇ ਨੂੰ ਸੰਭਾਲਣਾ ਆ ਤੇ ਜਾਂ ਤੁਸੀਂ ਘਰ ਦੇ ਕੰਮ ਕਰਨੇ ਆ ਆਮ ਤੌਰ ਤੇ ਉਹਦੇ ਵਿੱਚ ਇਹ ਵੀ ਹੁੰਦਾ ਆ ਵੀ ਜਿਹੜਾ ਕੋਈ ਸਟੂਡੈਂਟ ਵੀ ਆਇਆ ਹੋਵੇ ਹੈ ਨਾ ਉਹ ਵੀ ਇੱਥੇ ਆ ਸਕਦਾ ਆ ਸੋ ਕੀ ਉਹਦੇ ਵਿੱਚ ਜੇ ਮੰਨ ਲਓ ਫੋਰ ਐਗਜ਼ਾਮਪਲ ਕਿ ਉਹ ਬੰਦਾ ਕੋਈ ਸਟੂਡੈਂਟ ਵੀ ਆ ਉਹ ਆਪਣੀ ਮਰਜ਼ੀ ਦੇ ਨਾਲ ਉੱਥੇ ਜਾਂਦਾ ਆ ਮਰਜ਼ੀ ਨਾਲ ਹੈਲਪ ਕਰਦਾ ਕੀ ਉਹਨੂੰ ਫਿਰ ਵੀ ਅਸੀਂ ਕਹਿ ਸਕਦੇ ਹਾਂ ਕਿ ਉਹ ਐਕਸਪਲੋਇਟ ਹੋ ਰਿਹਾ ਹੈ ਰਾਈਟ ਜੇ ਤੁਸੀਂ ਮਰਜ਼ੀ ਦੇ ਨਾਲ ਜਾਂਦੇ ਜੇ ਤੁਹਾਨੂੰ ਪਤਾ ਆ ਸ਼ੁਰੂ ਤੋਂ ਨਾ ਮੈਨੂੰ ਸੈਲਰੀ ਮਿਲਣੀ ਆ ਓਕੇ ਮੈਨੂੰ 10 ਮੀਲਸ ਮਿਲ ਜਾਂਦੇ ਆ ਜਿਹਦਾ ਮੈਨੂੰ ਆਪਣੇ ਜਿਹੜੇ ਖਾਣ ਪੀਣ ਲਈ ਉਹ ਮੈਨੂੰ ਮਿਲ ਜਾਣਾ ਓਕੇ ਪਰ ਤੁਸੀਂ ਆਪਣੀ ਡਿਸੀਜਨ ਦੇ ਨਾਲ ਤੁਸੀਂ ਚੋਇਸ ਬਣਾਈ ਆ that ਮੈਂ ਉੱਥੇ ਜਾਣਾ ਉਹਨੇ ਮੈਨੂੰ ਸਹੀ ਤਰੀਕੇ ਦੱਸਿਆ ਮੈਂ ਕਿੱਦਾਂ ਰਹਿਣਾ ਮੈਂ ਕੀ ਕਰਨਾ ਦੈਟਸ ਅ ਚੋਇਸ ਰਾਈਟ ਉਹ ਡਿਫਰੈਂਟ ਗੱਲ ਆ ਓਕੇ ਜੇ ਤੁਹਾਨੂੰ ਕੋਈ ਕਹਿ ਦਿੰਦਾ ਤੁਸੀਂ ਮੇਰੇ ਘਰ ਚ ਆ ਕੇ ਰਹਿਣਾ ਆ ਅਸੀਂ ਤੁਹਾਨੂੰ ਸੈਲਰੀ ਦੇਵਾਂਗੇ ਥੋੜੀ ਦੇਣੀ ਆ ਬਿਕਾਜ਼ ਅਸੀਂ ਤੁਹਾਨੂੰ ਰੂਮ ਦੇ ਦੇਣਾ ਘਰ ਚ ਰਹਿਣ ਨੂੰ ਖਾਣਾ ਦੇ ਦੇਣਾ ਤੁਹਾਨੂੰ ਪਰ ਤੁਸੀਂ ਸਾਡੇ ਬੱਚਿਆਂ ਦੀ ਲੁੱਕ ਆਫਟਰ ਕਰਨੀ ਜਿੱਦਾਂ ਕਹਿ ਦਿੰਦੇ ਨੈਨੀਜ਼ ਔਰ ਪੇਅਰਸ ਹਨਾ ਦੈਟਸ ਰਾਈਟ ਉਹ ਗੱਲ ਵੱਖਰੀ ਆ ਬਿਕਾਜ਼ ਉਹਨਾਂ ਨੂੰ ਪਤਾ ਸਾਨੂੰ ਸੈਲਰੀ ਮਿਲਣੀ ਆ ਓਕੇ ਜਿਹਨਾਂ ਨੂੰ ਨਹੀਂ ਪਤਾ ਤਾਂ ਪਤਾ ਦੈਟਸ ਡਿਫਰੈਂਟ ਤੁਸੀਂ ਚੋਇਸ ਲਈ ਵਾ ਜਿਹੜੇ ਸੋਚਦੇ ਆ ਮੈਨੂੰ ਸੈਲਰੀ ਵੀ ਮਿਲਣੀ ਆ ਮੈਂ ਸਿਰਫ ਬੱਚਿਆਂ ਦੀ ਲੁੱਕ ਆਫਟਰ ਕਰਨੀ ਆ ਪਰ ਐਕਚੁਅਲੀ ਹੁਣ ਮੈਨੂੰ ਸਾਰਾ ਕੁਝ ਕਰਨਾ ਪੈਂਦਾ ਘਰ ਦੀਆਂ ਸਫਾਈਆਂ ਵੀ ਕਰਨੀਆਂ ਪੈਂਦੀਆਂ ਰੋਟੀ ਵੀ ਪਕਾਉਣੀ ਪੈਂਦੀ ਆ ਐਵਰੀਥਿੰਗ ਪਰ ਸਿਰਫ ਇੱਥੇ ਨਹੀਂ ਮੈਂ ਹੋਰ ਕਿਸੇ ਦੇ ਘਰ ਵੀ ਮੈਨੂੰ ਕਹਿ ਦਿੰਦੇ ਸਾਡੀ ਨਾਨੀ ਨੂੰ ਬਾਹਰ ਕਰ ਲਓ ਤੁਸੀਂ ਉਹ ਐਕਸਪਲੋਇਟੇਸ਼ਨ ਆ ਓਕੇ ਜਦੋਂ ਫਿਰ ਤੁਹਾਨੂੰ ਸੈਲਰੀ ਨਹੀਂ ਮਿਲਦੀ ਤੁਹਾਡੀ ਫਰੀडम ਤੁਹਾਡੇ ਤੋਂ ਲੈ ਗਈ that's what's happened freedom ਨਹੀਂ ਹੁਣ ਤੁਹਾਡੇ ਕਹੇਗੀ ਤੁਸੀਂ ਆਪਣੇ ਜਦੋਂ ਤੁਹਾਡਾ ਦਿਲ ਕਰਦਾ ਬਾਹਰ ਜਾਣ ਤੁਸੀਂ ਨਹੀਂ ਜਾ ਸਕਦੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਜੇ ਤੁਹਾਨੂੰ ਕਾਸੀ ਚੀਜ਼ ਦੀ ਲੋੜ ਆ ਤੁਹਾਨੂੰ ਪੁੱਛ ਕੇ ਲੈਣੀ ਪੈਂਦੀ ਆ that's different that's exploitation okay ਉਹਦਾ ਮਤਲਬ ਹੁਣ ਤੁਹਾਡੀ ਕਿੱਦਾਂ ਕਹਿੰਦੇ ਜਿੱਦਾਂ ਸਹੀ ਤਰੀਕੇ ਤੇ ਜਿੱਦਾਂ ਉਹਨੀ ਦੀ ਜਿਹੜੀ ਜੈਂਡਰ ਸੀਗੇ ਉਹ ਸਹੀ ਨਹੀਂ ਸੀਗੇ ਪਹਿਲਾਂ ਤੋਂ ਉਹਨੇ ਨੇ ਪਹਿਲਾਂ ਸੋਚਿਆ ਸੀ that ਸਾਨੂੰ ਅਸੀਂ ਕਿਸੇ ਨੂੰ ਉਹਨਾਂ ਦੀ ਨੀਅਤ ਜਿੱਦਾਂ ਕਹਿੰਦੇ ਵੀ ਪਹਿਲਾਂ ਹੀ ਕਲੀਅਰ ਨਹੀਂ ਸੀ ਹੈਗੀ ਉਹਨਾਂ ਨੇ ਤੁਹਾਨੂੰ ਬੜੇ ਉਹ ਇੱਕ ਚਲਾਕ ਤਰੀਕੇ ਨਾਲ very cleverly they've actually called you over and then ਉਹ ਤੁਹਾਨੂੰ ਜਿਹੜਾ ਕੰਮ ਕਿਹਾ ਸੀ ਉਸ ਤੋਂ ਵੱਧ ਕੰਮ ਵੀ ਕਰਵਾ ਰਹੇ ਆ ਤੇ ਜਾਂ ਤਾਂ ਪੈਸੇ ਬਹੁਤ ਘੱਟ ਦੇ ਰਹੇ ਨੇ ਜਾਂ ਨਹੀਂ ਦੇ ਰਹੇ ਸੋ ਉਹ ਵੀ ਆਪਾਂ ਉਹਨੂੰ ਕਹਿ ਸਕਦੇ ਹਾਂ ਸੋ ਬੇਸਿਕਲੀ ਤੁਸੀਂ ਇਹਦੇ 'ਚ ਇੱਕ ਚੀਜ਼ ਮੈਂ ਇੱਥੇ ਕਲੀਅਰ ਕਰਾਂ ਜੀ ਜਿਹੜੇ ਸੁਣਦੇ ਵੀ ਹੁਣ ਜੇਕਰ ਤੁਹਾਡੇ ਆਲੇ ਦੁਆਲੇ ਵੀ ਕੋਈ ਐਸੇ ਕੋਈ ਜਾਣਦੇ ਹੁਣ ਮੈਂ ਇੱਥੇ ਕਲੀਅਰ ਕਰਾਂ ਕਿ ਇਹ ਮਾਡਰਨ ਡੇ ਸਲੇਵਰੀ ਆ ਜਿਹਨੂੰ ਅਸੀਂ ਕਹਿੰਦੇ ਜਦੋਂ ਅਸੀਂ ਆਪਣੇ ਹੱਕਾਂ ਦੀ ਗੱਲ ਕਰਦੇ ਹਾਂ ਰਾਈਟਸ ਦੀ ਗੱਲ ਕਰਦੇ ਹਾਂ ਮੈਂ ਉਹਦੇ ਵਿੱਚ ਇੱਕ ਜ਼ਰੂਰ ਇੱਕ ਬੇਨਤੀ ਕਰੂੰਗਾ ਸ਼ਾਇਦ ਇਹਦਾ ਥੋੜ੍ਹਾ ਜਿਹਾ ਹੈਗਾ ਮੈਂ ਆਪਣੇ ਜਿਹੜੇ ਚੈਨਲਸ ਨੇ ਬੇਸ਼ੱਕ ਉਹ ਕੋਈ ਵੀ ਆ ਚਾਹੇ ਸਾਡਾ KTV ਆ ਚਾਹੇ ਉਹ ਸਾਡੇ ਹੋਰ ਵੀ ਏਸ਼ੀਅਨ TV ਚੈਨਲਸ ਨੇ ਐਂਡ ਆਲ ਸੇ ਦਿਸ ਮਾਈ ਓਨ ਪਰਸਨਲ ਓਪੀਨੀਅਨ ਐਜ਼ ਵੈਲ ਵੀ ਜਦੋਂ ਅਸੀਂ ਇਹਨਾਂ ਚੈਨਲਸ ਦੇ ਉੱਤੇ ਬਹਿ ਕੇ ਅਸੀਂ ਆਪਣੇ ਰਾਈਟਸ ਦੀ ਗੱਲ ਕਰਦੇ ਹਾਂ ਫਰੀडम ਦੀ ਗੱਲ ਕਰਦੇ ਹਾਂ ਹੱਕਾਂ ਦੀ ਗੱਲ ਕਰਦੇ ਹਾਂ ਕਿਤੇ ਨਾ ਕਿਤੇ ਅਸੀਂ ਇਹ ਚੀਜ਼ਾਂ ਭੁੱਲ ਜਾਂਦੇ ਹਾਂ ਵੀ ਜਿਹੜੇ ਸਾਡੇ ਆਲੇ ਦੁਆਲੇ ਨੇ ਕੀ ਅਸੀਂ ਉਹਨਾਂ ਨੂੰ ਹੱਕ ਦਵਾ ਦਿੱਤੇ ਆ ਔਰ ਉਹਨਾਂ ਦੇ ਵਿੱਚ ਉਹ ਹੱਕ ਜ਼ਰੂਰੀ ਨੇ ਜਿਹੜੇ ਸਾਡੇ ਇੱਥੇ ਉਹ ਸਾਡੇ ਹੀ ਭੈਣ ਭਰਾ ਨੇ ਜਿਨ੍ਹਾਂ ਨੂੰ ਕਿ ਪੰਜਾਬ ਤੋਂ ਜਾਂ ਹੋਰ ਕੰਟਰੀਜ਼ ਤੋਂ ਇੱਥੇ ਲਿਆ ਕੇ ਐਕਸਪਲੋਇਟ ਕੀਤਾ ਜਾ ਰਿਹਾ ਆ ਜਿਨ੍ਹਾਂ ਨੂੰ ਇੱਥੇ ਲਿਆ ਕੇ ਗਲਤ ਸੁਪਨੇ ਦੇ ਕੇ ਉਹਨਾਂ ਨੂੰ ਇੱਥੇ ਘਰਾਂ ਦੇ ਵਿੱਚ ਉਹਨਾਂ ਦੇ ਕੋਲੋਂ ਸਫਾਈਆਂ ਵੀ ਕਰਵਾਈਆਂ ਜਾ ਰਹੀਆਂ ਨੇ ਔਰ ਇਹਦਾ ਮੈਂ ਇੱਕ ਬਹੁਤ ਵੱਡਾ ਇਹ ਮੇਰੇ ਖਿਆਲ ਮੇਰੇ ਆਪਣੇ ਉਹ ਸ਼ਾਇਦ ਮੇਰੇ ਆਪਣੇ ਵੀ ਮੇਰੇ ਨਾਲ ਨਾਰਾਜ਼ ਹੋ ਜਾਣ ਆ ਜਿਹੜੀ ਮੈਂ ਅਗਲੀ ਗੱਲ ਕਹਿਣ ਲੱਗਾ ਆ ਮੇਰੇ ਆਪਣੇ ਸਰਕਲ ਦੇ ਵਿੱਚ ਹੀ ਜਿਹੜਾ ਸਾਡਾ ਬਿਲਡਰ ਭਾਈਚਾਰਾ ਆ ਖਾਸ ਕਰਕੇ ਇੰਗਲੈਂਡ ਦੇ ਵਿੱਚ ਔਰ ਮੈਂ ਇਹ ਬੜੀ ਸਾਫ਼ ਸ਼ਬਦਾਂ ਵਿੱਚ ਕਹੂੰਗਾ ਕਿਉਂਕਿ ਉਹ ਚੀਜ਼ ਜਿਹੜੀ ਆ ਮੈਂ ਪਰਸਨਲੀ ਖੁਦ ਐਕਸਪੈਰੀਮੈਂਟ ਕਰਨ ਦੇ ਕਰਕੇ ਕਾਫੀ ਸਾਲ ਪਹਿਲਾਂ ਕਦੇ ਐਕਸਪੀਰੀਅੰਸ ਕੀਤੀ ਹੋਈ ਆ ਐਂਡ ਆਈ ਟੈਲ ਯੂ ਦੈਟ ਵੈਰੀ ਕਲੀਅਰਲੀ ਐਜ਼ ਵੈਲ ਸੱਚ ਅ ਸ਼ੇਮ ਐਕਚੁਅਲੀ ਸੱਚ ਅ ਸ਼ੇਮਫੁਲ ਐਕਟ ਸਾਡੇ ਆਪਣੇ ਬਿਲਡਰਸ ਜਿਨ੍ਹਾਂ ਨੇ ਆਪਣੇ ਘਰ ਮਿਲੀਅਨਸ ਦੇ ਬਣਾਏ ਹੋਏ ਆ ਗੱਡੀਆਂ ਨੇ ਸਾਰਾ ਕੁਛ ਆ ਤੇ ਉਹਨਾਂ ਨੂੰ ਪਤਾ ਵੀ ਆ ਵੀ ਉਹ ਜਿਹੜੇ ਸਟੂਡੈਂਟ ਨੇ ਜਾਂ ਕੋਈ ਬੰਦਾ ਪਹਿਲਾਂ ਤਾਂ ਤੁਸੀਂ ਜਿਹੜਾ ਇਲੀਗਲ ਕੋਈ ਆ ਜਾਂ ਤਾਂ ਫਿਰ ਉਹਨੂੰ ਕੰਮ ਹੀ ਨਾ ਦਿਓ ਦੂਜੇ ਨੰਬਰ ਉੱਤੇ ਜੇ ਕੋਈ ਸਟੂਡੈਂਟ ਵੀ ਕਿਸੇ ਨੂੰ ਕੰਮ ਦਿੰਦੇ ਹੋ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਮਿਨੀਮਮ ਵੇਜ ਕੀ ਆ ਮਿਨੀਮਮ ਵੇਜ ਤੁਸੀਂ ਐਕਸਪਲੋਇਟ ਕਰਦੇ ਹੋ ਫਿਰ ਤੁਸੀਂ ਰੌਲਾ ਪਾਉਂਦੇ ਹੋ ਫਿਰ ਉਹੀ ਸਾਰੇ ਰੌਲਾ ਪਾਉਂਦੇ ਆ ਸਾਡਾ ਫਰੀडम ਸਾਡਾ ਹੱਕ ਸਾਡਾ ਉਹ ਪਰ ਕਦੇ ਆਪਣੇ ਅੰਦਰ ਝਾਤੀ ਮਾਰਕੀਟ ਦੇਖਣ ਦੀ ਲੋੜ ਆ ਵੀ ਜਿਹੜੇ ਸਾਡੇ ਨਾਲ ਕੰਮ ਕਰਦੇ ਨੇ ਬਿਲਡਿੰਗ ਟ੍ਰੇਡ ਦੇ ਵਿੱਚ ਵੀ ਜਿਹੜਾ ਸਵੇਰ ਤੋਂ ਲੈ ਕੇ ਨੀਹਾਂ ਪੁੱਟ ਰਿਹਾ ਆ ਜਿਹੜਾ ਕੰਧਾਂ ਕਰ ਰਿਹਾ ਰੂਫ ਦੀ ਟਾਈਲਿੰਗ ਕਰ ਰਿਹਾ ਉਹਨਾਂ ਨੂੰ 30 40 ਪਾਉਂਡ ਦੇ ਉੱਤੇ 12 14 ਘੰਟੇ ਕੰਮ ਕਰਵਾਇਆ ਜਾਂਦਾ ਆ
ਕੋਈ ਉਹਨਾਂ ਦਾ ਟੀ ਟਾਈਮ ਨਹੀਂ ਹੈਗਾ, ਕੋਈ ਲੰਚ ਟਾਈਮ ਨਹੀਂ ਹੈਗਾ ਉਹਨਾਂ ਦਾ, ਕੋਈ ਵੀਕਐਂਡ ਦਾ ਹੀ ਨਹੀਂ ਹੈਗਾ ਹਿਸਾਬ ਕਿਤਾਬ। ਕੀ ਤੁਸੀਂ ਉਹਨਾਂ ਨੂੰ ਯੂਜ਼ ਨਹੀਂ ਕਰ ਰਹੇ? ਕਿ ਤੁਸੀਂ ਉਹਨਾਂ ਨੂੰ ਆਪਣੇ ਸਲੇਵਸ ਦੇ ਤੌਰ ਤੇ ਨਹੀਂ ਰੱਖਿਆ ਹੋਇਆ? ਤੇ ਤੁਹਾਡੇ ਵਿੱਚ ਤਾਂ ਫਿਰ ਕੋਈ ਫਰਕ ਤਾਂ ਹੈ ਨਹੀਂਗਾ। ਜੇ ਆਪਾਂ ਇੱਥੇ ਬਹਿ ਕੇ ਆਪਾਂ ਕਰਦੇ ਹਾਂ, ਮਾਫ ਕਰਨਾ, ਸਰਕਾਰਾਂ ਨੂੰ ਭੰਡਦੇ ਆ, ਗਵਰਨਮੈਂਟਸ ਨੂੰ, ਤੇ ਸਾਡੇ ਤੇ ਉਹਨਾਂ 'ਚ ਕੀ ਫਰਕ ਆ? ਸਾਡੇ ਵਿੱਚ ਤਾਂ ਅਸੀਂ ਤਾਂ ਉਹਨਾਂ ਦਾ ਬਿਲਕੁਲ ਹੀ ਬੁਰਾ ਹਾਲ ਉਹਨਾਂ ਦਾ ਅਸੀਂ ਕਰਦੇ ਹਾਂ। ਗੱਡੀਆਂ ਵੀ ਡਰਾਈਵ ਕਰਦੇ ਆ, ਟੈਕਨੀਕਲੀ ਤਾਂ ਲਾਅ ਇਹ ਵੀ ਕਹਿੰਦਾ ਵੀ ਜੇ ਤੁਹਾਡੇ ਵਾਸਤੇ ਕੋਈ ਬੰਦੇ ਪਿਕ ਕਰਦਾ ਸਵੇਰੇ, ਉਹਦੀ ਵੀ ਅਲੱਗ ਪੇਮੈਂਟ ਚਾਹੀਦੀ ਆ। ਸੋ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ, ਸੋ ਦੈਟਸ ਮੈਨੂੰ ਪਤਾ ਵੀ ਇਸ ਗੱਲ ਤੇ ਮੇਰੀ ਤੇ ਗੁੱਸਾ ਬੜਿਆਂ ਨੂੰ ਲੱਗਣਾ ਆ, ਪਰ ਪਰਫੈਕਟਲੀ ਫਾਈਨ, ਨੋ ਪ੍ਰੋਬਲਮ। 10-12 ਹੋਰ ਘਟ ਜਾਣਗੇ ਸਰਕਲ ਵਿੱਚੋਂ। No, but that is the reality. I rather have a limited circle or not circle at all. That's perfectly fine. ਪਰ ਜਿਹੜਾ ਸੱਚ ਆ ਉਹ ਸੱਚ ਆ, that is the harsh reality, because ਇਹ ਹੋ ਰਿਹਾ ਆ ਔਰ ਸਾਡੇ ਆਲੇ ਦੁਆਲੇ ਹੀ ਹੋ ਰਿਹਾ ਮੇਰੇ ਖਿਆਲ। ਤੁਸੀਂ ਹਾਈ ਸਟਰੀਟ ਤੇ ਕਿਸੇ ਹਾਈ ਸਟਰੀਟ ਤੇ ਚਲ ਜਾਓ, ਇਹ ਹੁੰਦਾ ਆ। ਤੁਸੀਂ ਬਿਊਟੀ ਪਾਰਲਰ 'ਚ ਚਲ ਜਾਓ, ਸਾਊਥ ਹੋ, ਸਮੈਡਿਕ, ਵੈਸਟ ਬ੍ਰੋਮਿਚ, ਮੈਂ ਕੁਛ ਇੱਕ ਏਰੀਆ ਮੈਂ ਤੁਹਾਨੂੰ ਦੇ ਦੇਣਾ ਜਿੱਥੇ ਇਹ ਆਪਣਾ ਸਾਰਾ ਕੁਝ ਹੋ ਰਿਹਾ ਆ, ਵਿਦਆਊਟ ਅ ਡਾਊਟ। ਖਾਸ ਤੌਰ ਤੇ ਲੰਡਨ ਤਾਂ ਬਰਮਿੰਗਮ ਵਾਲਿਆਂ ਨੇ ਤਾਂ ਮੈਂ ਇਹ ਕਹੂੰਗਾ ਵੀ ਸ਼ਰਮ ਹੀ ਲਾ ਦਿੱਤੀ ਆ, ਸ਼ਰਮ ਹੀ ਲਾ ਦਿੱਤੀ ਆ। ਕੋਈ ਹੋਊਗਾ ਭਾਗਾਂ ਵਾਲਾ ਜਿਹੜਾ ਪ੍ਰੋਪਰ ਵੇਜਿਸ ਦਿੰਦਾ ਹੋਊਗਾ, ਨਹੀਂ ਤਾਂ ਇੰਨਾ ਕੁ ਜ਼ਿਆਦਾ ਯੰਗ ਮੁੰਡੇ ਕੁੜੀਆਂ ਨੂੰ ਯੂਜ਼ ਕੀਤਾ ਜਾ ਰਿਹਾ ਆ ਔਰ ਉਹ ਮਾਡਰਨ ਸਲੇਵਰੀ ਆ। ਮੈਂ ਇੱਥੋਂ ਤੱਕ ਕਹੂੰਗਾ ਵੀ ਤੁਹਾਡਾ ਜਿਹੜਾ ਉਹ ਪੈਸਾ ਤੁਹਾਡੀ ਜੇਬ 'ਚ ਆਉਂਦਾ, ਪੈਸਾ ਬਚਦਾ ਆ, ਉਹਨਾਂ ਪੈਸਿਆਂ ਦਾ ਆਪਣੇ ਬੱਚਿਆਂ ਨੂੰ ਤੁਸੀਂ ਖਵਾਉਣੇ ਕਿੱਦਾਂ? ਤੁਹਾਡਾ ਦਿਲ ਕਿੱਦਾਂ, ਤੁਹਾਡਾ ਜ਼ਮੀਰ ਕਿੱਦਾਂ ਤੁਹਾਨੂੰ ਇਜਾਜ਼ਤ ਦਿੰਦਾ? ਤੁਹਾਨੂੰ ਰਾਤ ਨੂੰ ਨੀਂਦ ਕਿੱਦਾਂ ਆ ਜਾਂਦੀ ਆ? ਇਟਸ ਸੱਚ ਅ ਸ਼ੇਮਫੁਲ ਐਕਟ ਐਂਡ ਆਈ'll ਸੇ ਦੈਟ ਵੈਰੀ ਲਾਊਡ ਐਂਡ ਕਲੀਅਰ। ਨਾਓ ਕਮਿੰਗ ਔਨ ਦਿਸ, ਐਕਚੁਅਲੀ ਇਹਦੇ ਵਿੱਚ ਕਈ ਕੇਸਿਸ ਜਿਹੜੇ ਨੇ, ਜੇਕਰ ਆਪਾਂ ਫਿਗਰਸ ਚੱਕ ਕੇ ਦੇਖੀਏ, ਉਹ ਇਹੋ ਜਿਹੇ ਵੀ ਹੈਗੇ ਨੇ ਕਿ ਉਹਨਾਂ ਦੇ ਵਿੱਚ ਇੱਕ ਤਾਂ ਮਾਡਰਨ ਡੇ ਸਲੇਵਰੀ ਆ ਗਈ ਰਾਜ, ਹਾਂਜੀ। ਸੈਕੰਡਲੀ ਉਹਨਾਂ ਨੂੰ ਦਬਕਿਆ ਵੀ ਜਾਂਦਾ ਆ, ਜਿਹੜਾ ਕਿ ਵਾਇਲੈਂਸ ਦੇ ਅੰਡਰ ਆਉਂਦਾ ਆ। ਉਹਨਾਂ ਨੂੰ ਡਰਾਇਆ ਵੀ ਜਾਂਦਾ ਆ, ਉਹਨਾਂ ਨੂੰ ਇਮੋਸ਼ਨਲੀ ਵੀ ਤੰਗ ਕੀਤਾ ਜਾਂਦਾ ਆ। ਹੁਣ ਇੱਕ ਮੇਰਾ ਸਵਾਲ ਤੁਹਾਨੂੰ ਇਹ ਹੈ ਕਿ ਜੇਕਰ ਕੋਈ ਮੰਨ ਲਓ ਅ ਮੇਲ ਔਰ ਅ ਫੀਮੇਲ, ਉਹ ਇੱਥੇ ਲੀਗਲ ਨਾ ਹੋਵੇ, ਇਲੀਗਲ ਹੋਵੇ, ਹੁਣ ਉਹਦੇ ਦਿਮਾਗ 'ਚ ਚੀਜ਼ ਪਾ ਦਿੱਤੀ ਜਾਂਦੀ ਹੈ ਕਿ ਜੇ ਤੂੰ ਸਾਡੇ ਕਹੇ ਤੇ ਨਾ ਚੱਲਿਆ ਜਾਂ ਨਾ ਚੱਲੀ ਤਾਂ ਤੈਨੂੰ ਇੱਥੋਂ ਇਹਨਾਂ ਨੇ ਡਿਪੋਰਟ ਕਰ ਦੇਣਾ, ਅਸੀਂ ਤੈਨੂੰ ਡਿਪੋਰਟ ਕਰਵਾਵਾਂਗੇ। ਉਹ ਕਈ ਵਾਰੀ ਇਹੀ ਸੋਚ ਕੇ ਚੁੱਪ ਕਰ ਜਾਂਦੇ ਵੀ ਮੇਰੀ, ਹਾਂ, ਕਿ ਮੇਰੀ ਤਾਂ ਕਿਸੇ ਨੇ ਸੁਣਨੀ ਨਹੀਂ। ਸੋ ਉਹਦੇ ਵਾਸਤੇ ਜ਼ਰੂਰ ਮੈਂ ਤੁਹਾਨੂੰ ਪੁੱਛੂੰਗਾ ਕਿ ਉਹਨਾਂ ਦੇ ਵਾਸਤੇ ਮਦਦ ਅਵੇਲੇਬਲ ਹੈਗੀ ਆ। ਇਹ ਪ੍ਰੋਬਲਮ ਇਦਾਂ ਆ, ਹੈ ਨਾ। ਓਕੇ, ਜਿਹੜੇ ਪਹਿਲਾ ਕੇਸ ਹੁੰਦੇ ਸੀ, ਓਕੇ, ਜਸਟ ਲਾਈਕ ਮੈਂ ਪਹਿਲੀ ਸ਼ੋਅ 'ਚ ਕਿਹਾ ਸੀ, ਡੋਮੈਸਟਿਕ ਅਬਿਊਜ਼, ਤੁਹਾਡੇ ਜੈਨੂਇਨ ਵੀ ਕੇਸ ਹੁੰਦੇ ਆ ਤਾਂ ਕਈ ਨਹੀਂ ਜੈਨੂਇਨ ਹੁੰਦੇ, ਓਕੇ। ਜਿਹਨੇ ਨੇ ਸਿਸਟਮ ਐਕਸਪਲੋਇਟ ਕੀਤੀ ਆ, ਜਿੱਦਾਂ ਤੁਸੀਂ ਹੁਣੀ ਕਹਿ ਕੇ ਹਟੇ ਆ, ਆਪਣੇ ਬੰਦੇ ਐਕਸਪਲੋਇਟ ਆਪ ਹੀ ਕਰਦੇ ਆ, ਓਕੇ। ਉਹ ਸਿਸਟਮ ਨੂੰ ਐਕਸਪਲੋਇਟ ਕਰਦੇ ਆ, ਮਤਲਬ ਆਪਣੇ ਬੈਨੀਫਿਟ ਸਿਸਟਮਸ ਨੂੰ, ਹਾਊਸਿੰਗ ਸਿਸਟਮ ਨੂੰ, ਓਕੇ। ਬਿਕਾਜ਼ ਉਹ ਐਕਸਪਲੋਇਟ ਹੋਏ ਆ, ਦ ਲੋਕਲ ਅਥਾਰਟੀਜ਼, ਗਵਰਨਮੈਂਟਸ, ਉਹ ਹੁਣ ਪਿੱਛੇ ਥੋੜੇ ਹਟ ਗਿਆ, ਓਕੇ। ਬਿਕਾਜ਼ ਉਹਨੇ ਨੂੰ ਪ੍ਰੂਵ ਕਰਨਾ ਪੈਂਦਾ ਤਾਂ ਇਹ ਸਾਡਾ ਕੇਸ ਜੈਨੂਇਨ ਆ, ਰਾਈਟ, ਓਕੇ। ਸੋ it's not as easy of saying that. It's not straightforward, basically. It's not straightforward. ਤੁਸੀਂ ਇਦਾਂ ਨਹੀਂ ਜਾ ਕੇ ਕਹਿ ਨਾ ਸਕਦੇ that ਮੈਨੂੰ ਉੱਥੋਂ ਲੈ ਕੇ ਆਏ ਸੀ ਤਾਂ ਹੁਣ ਮੈਂ ਆਹ ਕੇਸ ਕਰ ਲੈਣਾ, ਇਦਾਂ ਨਹੀਂ ਹੋ ਸਕਦਾ। ਬਿਕਾਜ਼ ਜਿਹੜੀ ਮਾਡਰਨ ਡੇ ਸਲੇਵਰੀ ਦੀ ਹੁੰਦੀ, ਜਿਹੜੇ ਉਹਨੇ ਦੇ ਮੈਕੈਨਿਜ਼ਮਸ ਉਹਨੇ ਨੇ ਪਾਏ ਹੋਆ ਜਗ੍ਹਾ, ਇਟਸ ਆਲ ਐਵੀਡੈਂਸਡ, ਪ੍ਰੂਵ ਕਰਨਾ ਪੈਂਦਾ, ਓਕੇ। ਜਿਹੜੇ ਹੁਣ ਆਪਣੇ ਇੱਥੇ ਆਏ ਹੋਆ ਪੱਕੇ ਨਹੀਂ ਹੈਗੇ, ਉਹਨਾਂ ਨੂੰ ਇਹ ਡਰ ਹੁੰਦਾ ਤਾਂ ਉਹਨਾਂ ਨੂੰ ਕਈਆਂ ਨੂੰ ਪਤਾ ਵੀ ਆ ਅਸੀਂ ਕਿੱਦਾਂ ਕਿਹੜੇ ਤਰੀਕੇ ਤੇ ਆਏ ਆ, ਸਹੀ ਸੀ ਜੇ ਗੱਲ ਸੀ, ਉਹਨਾਂ ਨੂੰ ਪਤਾ ਆ, ਓਕੇ। ਉਹਨਾਂ ਲਈ ਰਿਸਕ ਬਹੁਤ ਆ, ਉਹਨਾਂ ਨੇ ਸੋਚਣਾ ਹੁਣ ਜੇ ਅਸੀਂ ਜਾ ਕੇ ਆਹ ਕੇਸ ਕਰ ਲਿਆ, ਐਕਚੁਅਲੀ ਉਹਨਾਂ ਨੇ ਪਹਿਲਾਂ ਹਿਸਟਰੀ ਪੁੱਛਣੀ ਆ ਵੀ ਅਸੀਂ ਇੱਦਾਂ ਸਿਰਫ ਨਹੀਂ ਕਹਿ ਸਕਦੇ ਸਾਨੂੰ ਇੱਥੇ ਐਕਸਪਲੋਇਟ ਕੀਤਾ ਆ। ਯੂ ਹੈਵ ਟੂ ਪ੍ਰੂਵ ਇਟ, ਯੂ ਹੈਵ ਟੂ ਸ਼ੋ ਪੀਪਲ। ਉਹ ਆਪਣੇ ਲਈ ਵੀ ਥੋੜਾ ਡੇਂਜਰਸ ਹੋ ਜਾਂਦਾ ਆ, ਬਿਕਾਜ਼ ਅਸੀਂ ਕਿਸੇ ਨੂੰ ਚਾਹੁੰਦੇ ਨਹੀਂ ਆਪਣਾ ਨਾਂ ਕਿਸੇ ਨੂੰ ਦਈਏ, ਜੇ ਇੱਦਾਂ ਦੱਸੀਏ ਸਾਨੂੰ ਕਿਸੇ ਨੇ ਇੱਥੇ ਮੰਗਾਇਆ ਸੀ, ਸਾਡੀ ਫੈਮਿਲੀ ਰਿਸਕ ਵੀ ਹੋ ਸਕਦੀ ਆ। ਸੋ ਇਟਸ ਰੀਅਲੀ ਡਿਫਿਕਲਟ। ਬਟ ਜਿਹੜੇ ਜੈਨੂਇਨ ਕੇਸਿਸ ਆ, ਓਕੇ, ਉਹ ਇੱਦਾਂ ਹੁਣ ਜਿੱਦਾਂ ਡੋਮੈਸਟਿਕ ਅਬਿਊਜ਼ ਸਾਡੇ ਕੋਲ ਆਰਗੇਨਾਈਜੇਸ਼ਨਸ ਆ, ਓਕੇ। ਮਾਡਰਨ ਡੇ ਸਲੇਵਰੀ ਇਜ਼ ਦ ਸੇਮ ਥਿੰਗ। ਇਹਨੇ ਕੋਈ ਟੀਮਸ ਹੈਗੀਆਂ, ਸਾਡੇ ਬਲੈਕ ਕੰਟਰੀ ਵੂਮਨਸ ਏਜ ਟੀਮ ਹੈਗੀ ਆ, ਬਟ ਦੇ ਵੈਰੀ ਕਨੈਕਟਡ ਟੂ ਵਰਕਿੰਗ ਵਿਦ ਅਦਰ ਆਰਗੇਨਾਈਜੇਸ਼ਨਸ, ਓਕੇ। ਇਨ ਦ ਪੁਲਿਸ ਦੇਰ ਇਜ਼ ਅ ਮਾਡਰਨ ਡੇ ਸਲੇਵਰੀ ਟੀਮ looking after trafficking. If they can prove documentation ਵੱਲੋਂ that ਸਾਨਾ ਇੱਦਾਂ ਹੋਇਆ, ਸਾਡੀ ਆਹ ਜਰਨੀ ਆ, ਅਸੀਂ ਇੱਥੋਂ ਲੰਘੇ ਆ, ਇੱਦਾਂ ਸਾਨੂੰ ਹੋਇਆ ਆ, they can get support, okay? But as long as they can prove it. But they've got to prove it, yeah. Okay. Because like anything, when you take advantage of something, okay, ਜੇ ਤੁਸੀਂ ਜਦੋਂ ਨਹੀਂ ਰੌਲੇ ਪੈਂਦੇ ਸੀ ਅਸੀਂ ਰੌਲਾ ਪਾਈ ਗਏ, ਓਕੇ, ਹੌਲੀ ਹੌਲੀ ਉਹ ਜਿਹੜਾ ਯਕੀਨ ਹੁੰਦਾ ਉਹ ਚਲ ਜਾਂਦਾ। ਹੁਣ ਸਾਰਿਆਂ ਨੂੰ ਇਹੀ ਹੁੰਦਾ ਤਾਂ
ਹੁਣ ਸਾਰੇ ਟਰਾਈ ਕਰਦੇ ਪੱਕੇ ਹੋਣ ਨੂੰ, ਹੁਣ ਇਹਨੇ ਨੇ ਆਹ ਐਕਸਕਿਊਜ਼ ਬਣਾ ਲੈਣਾ। ਦੈਟਸ ਅ ਡਿਫਰੈਂਸ। ਐਂਡ ਡੋਮੈਸਟਿਕ ਅਬਿਊਜ਼ ਨਾਲ ਵੀ ਤਾਂ ਹੋਇਆ ਸੀ। ਓਕੇ, ਜਦੋਂ ਪਹਿਲਾਂ ਸਾਰੇ ਕਹਿੰਦੇ ਸੀ ਸਾਡਾ ਅਬਿਊਜ਼ ਹੁੰਦੀ ਆ, ਅਬਿਊਜ਼ ਸਾਰਿਆਂ ਨੂੰ ਪੱਕੇ ਕਰੀ ਗਏ। ਫਿਰ ਜਿਹੜੇ ਜੈਨੂਇਨ ਕੇਸਿਸ ਆ ਗਏ ਸੀ ਉਹਨੂੰ ਉਹ ਪੱਕੇ ਨਹੀਂ ਹੋ ਸਕਦੇ ਸੀ, ਉਹਨਾਂ ਨੂੰ ਕਹਿ ਦਿੰਦੇ ਆ ਤੁਸੀਂ ਵਾਪਸ ਚਲ ਜਾਓ। Okay. Okay. Because by the time the real ones came forward, ਉਦੋਂ ਤੱਕ ਐਗਜ਼ੈਕਟਲੀ ਉਹ ਜਿਹੜਾ ਬਾਕੀਆਂ ਨੇ ਕੰਮ ਕਹਿ ਲਓ ਵੀ ਆਪਣੇ ਬੰਦੇ ਆਪੇ ਹੀ ਖਰਾਬ ਕਰਦੇ, ਫਿਰ ਗੱਲ ਉੱਥੇ ਆਉਂਦੀ ਹੈ। ਉੱਥੇ ਆ ਜਾਂਦੀ ਹੈ। right. So that's a difference. Now when you think of it in the sense of ਤੁਸੀਂ ਇੱਥੇ ਆਏ ਹੋ, ਤੁਸੀਂ ਕਿਸੇ ਦੇ ਘਰ 'ਚ ਰਹਿੰਦੇ ਆ, ਜਿੱਦਾਂ ਅਸੀਂ ਮਾਡਰਨ ਡੇ ਸਲੇਵਰੀ ਕਰਦੇ ਹਾਂ, ਦੈਟਸ ਮਾਡਰਨ ਡੇ ਸਲੇਵਰੀ, ਟ੍ਰੈਫਿਕਿੰਗ, ਐਕਸਪਲੋਇਟੇਸ਼ਨ। ਉਹ ਕੋਈ ਵੀ ਤੁਹਾਨੂੰ ਕਰ ਸਕਦਾ, ਕੋਈ ਵੀ। ਓਕੇ, ਉਹ ਤੁਹਾਡਾ ਏਜੰਟ ਵੀ ਕਰ ਸਕਦਾ, ਉਹ ਤੁਹਾਡੇ ਗੁਆਂਢੀ ਵੀ ਕਰ ਸਕਦੇ ਆ, ਬਿਕਾਜ਼ ਦੈਟਸ ਨਾਟ ਰਿਲੇਸ਼ਨਸ਼ਿਪ। ਉਹ ਏਜੰਡਾ ਪਹਿਲਾਂ ਉਹਨੇ ਨੇ, ਜਿੱਦਾਂ ਤੁਸੀਂ ਕਹਿੰਦੇ ਨੀਤ ਉਹਨੇ ਦੀ ਪਹਿਲਾਂ ਉਹਨਾਂ ਨੂੰ ਪਤਾ ਸੀ ਕੀ ਕਰਨਾ ਆ। ਪਰ ਇਹ ਜਿਹੜੇ ਮਾਡਰਨ ਸਲੇਵਰੀ ਇੱਕ ਲਿੰਕ ਹੁੰਦਾ ਡੋਮੈਸਟਿਕ ਅਬਿਊਜ਼ ਦੇ ਨਾਲ ਵੀ ਲਿੰਕ ਹੁੰਦਾ ਆ। ਓਕੇ, ਤਾਂ ਹੀ ਇਹ ਗੱਲ ਸ਼ੁਰੂਆਤ ਕੀਤੀ ਸੀ, ਬਿਕਾਜ਼ ਇੱਕ ਚੀਜ਼ ਹੁੰਦੀ ਡੋਮੈਸਟਿਕ ਸਰਵਿਟਿਊਡ। ਓਕੇ, ਇਸ ਗੱਲ ਤੇ ਕਈਆਂ ਨੂੰ ਗੁੱਸਾ ਲੱਗਣਾ। ਓਕੇ, ਪਰ ਜਿੱਦਾਂ ਤੁਸੀਂ ਕਹਿੰਦੇ ਅਸੀਂ ਰਿਐਲਿਟੀ ਦੀ ਗੱਲ ਕਰਦੇ ਹਾਂ। ਓਕੇ, ਹੁਣ ਇੱਦਾਂ ਜੇ ਤੁਸੀਂ ਕਿਸੇ ਨੂੰ ਕਈ ਤੁਸੀਂ ਆਪਣੇ ਬੱਚਿਆਂ ਨੂੰ ਇੰਡੀਆ ਲੈ ਜਾਂਦੇ ਆ, ਜਿੱਥੇ ਮਰਜ਼ੀ ਲੈ ਕੇ ਜਾਂਦੇ ਆ ਵਿਆਹ ਕਰਾਉਣ ਨੂੰ, ਉਹ ਬੱਚਾ ਚਾਹੁੰਦਾ ਹੈ ਮੈਂ ਵਿਆਹ ਕਰਾਂ, ਚੋਇਸ ਦੇ ਨਾਲ ਆ, ਉਹ ਹੈਪੀ ਆ, ਉਹ ਗੱਲ ਵੱਖਰੀ ਆ। ਓਕੇ, ਤੁਸੀਂ ਇੰਡੀਆ ਲੈ ਗਏ, ਉਹ ਇੱਕ ਦੂਜੇ ਨੂੰ ਪਸੰਦ ਕਰਦੇ, ਦੇ ਹੈਪੀ। ਓਕੇ, ਕਿੰਨੇ ਕੇਸ ਆ ਜਿੱਥੇ ਤੁਹਾਡਾ ਬੱਚਾ ਨਹੀਂ ਖੁਸ਼ ਸੀਗਾ, ਉਹਨੇ ਨੇ ਹਾਂ ਕਰ ਦਿੱਤੀ ਬਿਕਾਜ਼ ਉਹਨੇ ਤੇ ਥੋੜਾ ਪ੍ਰੈਸ਼ਰ ਪਾਇਆ ਸੀ, ਇਮੋਸ਼ਨਲ ਬਲੈਕਮੇਲ ਪਾ ਦਿੰਦੇ ਹੁੰਦੇ, ਸਾਰੇ ਕਰਦੇ ਆ, ਦਾ ਸਾਡੀ ਇੱਜ਼ਤ ਰੱਖ ਹੋ ਜੂਗੀ, ਇੱਦਾਂ ਕਰ ਲਾ, ਇੱਦਾਂ ਕਰ। ਸੋ ਦੇਅਰਸ ਅ ਲੋਟ ਆਫ ਥਿੰਗਸ, ਇਟਸ ਵੈਰੀ ਇਮੋਸ਼ਨਲ, ਦਾ ਮੈਂ ਠੀਕ ਨਹੀਂ ਹੈਗਾ, ਤੂੰ ਵਿਆਹ ਕਰ ਲਾ, ਕੱਲ ਮੈਨੂੰ ਕੁਝ ਹੋ ਜਾਊਗਾ, ਮੈਨੂੰ ਨਹੀਂ, ਤੇ ਮੈਂ ਤੇਰਾ ਵਿਆਹ ਦੇਖਣਾ। Is that the type of abuse as well? Yeah, that's control. That's controlling, right? That's controlling. But that's not just controlling your child. ਜਿੱਥੇ ਤੁਸੀਂ ਵੇ ਜਾ ਕੇ ਵਿਆਹ ਕਰਦੇ ਆ, ਓਕੇ, ਮੈਂ ਹੁਣ ਐਗਜ਼ਾਮਪਲ ਦਿੰਦੀ ਆ, ਇਹ ਕਿਸੇ ਦੀ ਸਟੋਰੀ ਨਹੀਂ, ਇਹ ਸਿਰਫ ਐਗਜ਼ਾਮਪਲ ਹੈ। ਓਕੇ, ਜਸਟ ਸੇ that ਕੱਲ ਨੂੰ ਤੁਸੀਂ ਇੱਕ ਮੁੰਡਾ ਇੰਡੀਆ ਨੂੰ ਜਾਂਦਾ, 25 ਸਾਲਾਂ ਦਾ ਆ, ਉੱਥੇ ਜਾ ਕੇ ਉਹਦੇ ਮਾਪੇ ਕਹਿੰਦੇ ਚੱਲ ਤੇਰਾ ਵਿਆਹ ਕਰਨਾ। ਓਕੇ, ਉਹ ਮੁੰਡਾ ਹਾਂ ਕਹਿ ਦਿੰਦਾ, ਮੰਮੀ ਡੈਡੀ ਖੁਸ਼ ਆ, ਮੈਂ ਹਾਂ ਕਰ ਦਿੰਦੀ ਆ। ਪਰ ਇੱਥੇ ਉਹਦੀ ਲਾਈਫ ਹੋਰ ਹੋਊਗੀ ਸ਼ਾਇਦ। ਓਕੇ, I'm going to use an example of a girl and a boy. It's just an example. ਤਾਂ ਉੱਥੇ ਹਾਂ ਹੋ ਕਰ ਦਿੱਤੀ, ਤਾਂ ਇੱਥੇ ਆ ਕੇ ਡਿਫਰੈਂਟ ਚੀਜ਼ ਹੋ ਜਾਂਦੀ ਆ। ਇੱਥੇ ਉਹਨੇ ਕੋ ਆਪਣੀ ਅਲੱਗ ਲਾਈਫ ਆ। ਓਕੇ, ਮਾਂ ਪਿਓ ਨੂੰ ਵੀ ਪਤਾ ਆ ਅਲੱਗ ਲਾਈਫ ਆ, so they hid it all. ਉਹਨੇ ਸਾਰਾ ਕੁਝ ਲੁਕੋ ਕੇ ਉਹ ਕੁੜੀ ਇੱਥੇ ਆ ਜਾਂਦੀ ਆ। ਓਕੇ, ਖੁਸ਼ ਆਉਂਦੀ ਆ, ਮੇਰਾ ਵਿਆਹ ਹੋ ਗਿਆ, ਮੈਂ ਬਾਹਰ ਨੂੰ ਚੱਲੀ ਆ, ਤਾਂ ਇੱਥੇ ਆ ਕੇ ਉਹ ਘਰ 'ਚ ਰਹਿ ਲੱਗ ਪੈਂਦੇ ਆ। ਹਸਬੈਂਡ ਕਦੇ ਘਰ ਨਹੀਂ ਹੁੰਦਾ ਫਸਟ ਆਫ ਆਲ, ਉਹ ਤਾਂ ਉੱਦਾਂ ਵੀ ਕੁੜੀ ਸੋਚਣ ਲੱਗ ਪੈਂਦੀ ਹੈ, ਇਹ ਕਾਹਤੇ ਇੱਦਾਂ, ਇੱਦਾਂ ਕਾਹਤੇ, ਕੋਈ ਗੱਲ ਕੁਛ ਤਾਂ ਹੈਗਾ ਹੈ ਜਿੱਥੇ ਮੈਨੂੰ ਕੁਛ ਸਹੀ ਨਹੀਂ ਲੱਗਦਾ, ਪਰ ਮੈਂ ਕਿਹਨੂੰ ਦੱਸਾਂ ਮੈਂ ਕਿੱਥੇ ਜਾਵਾਂ। ਫਿਰ ਉਹ ਅਬਿਊਜ਼ ਹੋ ਲੱਗ ਪੈਂਦੇ ਆ। ਓਕੇ, ਸੋ ਆਪਣੇ ਹਸਬੈਂਡ ਤੋਂ ਵੀ ਅਬਿਊਜ਼ ਹੋ ਸਕਦੇ ਆ, ਆਰਗੂਮੈਂਟਸ ਮਾਰ ਕੁੱਟਣਾ, ਜਿਹੜੀ ਸੀ ਪਹਿਲੀ ਸ਼ੋਅ 'ਚ ਗੱਲਾਂ ਕੀਤੀਆਂ ਸੀ, ਉਹ ਸਾਰਾ ਕੁਛ ਆ ਸਕਦਾ। ਬਿਲਕੁਲ। ਪਰ ਫਿਰ ਇੱਕ ਹੋਰ ਗੱਲ ਵਿੱਚ ਵੀ ਆ ਸਕਦੀ ਆ, ਜਿੱਥੇ ਹੁਣ ਤੁਸੀਂ ਆਪਣੇ ਘਰ 'ਚ ਨੌਕਰ ਬਣ ਕੇ ਰਹਿੰਦੇ ਆ। ਓਕੇ, ਤੁਹਾਡਾ ਰੋਲ ਚੇਂਜ ਹੋ ਗਿਆ, ਹੁਣ ਨਾ ਤੁਸੀਂ ਕਿਸੇ ਦੀ ਵਾਈਫ ਰਹਿ ਕੇ ਰਹੇ ਹੋ, ਹਸਬੈਂਡ ਤਾਂ ਤੁਹਾਡਾ ਬਾਹਰ ਹੁੰਦਾ ਹਮੇਸ਼ਾ, ਨਾ ਤੁਸੀਂ ਹੁਣ ਕਿਸੇ ਦੀ ਧੀ ਬਣ ਕੇ ਰਹਿੰਦੇ ਆ, ਹੁਣ ਤੂੰ ਬਾਹਰਲੀ ਹੋ ਗਈ। ਓਕੇ, ਉਹ ਜਿਹੜਾ ਗੁੱਸਾ ਮਾਂ ਪਿਓ ਨੂੰ ਆਪਣੇ ਬੱਚੇ ਤੇ ਹੋਣਾ ਚਾਹੀਦਾ, ਉਹ ਤੁਹਾਡੇ ਤੇ ਕੱਢਣ ਲੱਗ ਪੈਂਦੇ ਆ। ਤੇਰੇ ਕਰਕੇ ਬੱਚਾ ਮੇਰਾ ਖੁਸ਼ ਨਹੀਂ, ਤੇਰੇ ਕਰਕੇ ਅਸੀਂ ਗਲਤੀ ਕਰ ਲਈ ਇੱਥੇ ਵਿਆਹ ਕਰਕੇ ਤੁਹਾਡਾ। ਓਕੇ, ਪਰ ਉਹ ਵਿਚਾਰੀ ਰਹੀ ਜਾਂਦੀ ਆ ਹਰੇਕ ਦਿਨ, ਉਹਦਾ ਕੰਮ ਵਧੀ ਜਾਂਦਾ, ਬਾਹਰ ਨਹੀਂ ਨਿਕਲੀ ਜਾ ਸਕਦੀ, ਡਾਕਟਰ ਨੂੰ ਨਿਕਲੀ ਜਾ ਸਕਦੀ, ਫੈਮਲੀ ਨੂੰ ਨਹੀਂ ਦੇਖ ਸਕਦੀ ਕਿਸੇ ਤੋਂ ਬਾਹਰ, ਉੱਠ ਕੇ ਸਵੇਰ ਨੂੰ ਰਾਤ ਤੱਕ ਘਰ ਦਾ ਕੰਮ। ਓਕੇ, that becomes domestic servitude. ਉਹਨੂੰ ਫਿਰ ਤੁਸੀਂ ਸਰਵੈਂਟ ਬਣਾਇਆ। ਓਕੇ, ਹੁਣ ਆਮ ਤਾਂ ਐਵਰੀਡੇ ਨੋਰਮਲ ਲਾਈਫ 'ਚ ਤੁਸੀਂ ਦੇਖੋ, ਆਪਣੇ ਘਰ 'ਚ ਅਸੀਂ ਸਾਰੇ ਕੰਮ ਕਰਦੇ ਹਾਂ। ਓਕੇ, ਆਪਣੀ ਮਰਜ਼ੀ ਨਾਲ ਕਰਦੇ ਹਾਂ, ਆਪਣੇ ਅਸੀਂ ਸੱਸ ਸਹੁਰੇ ਦੇ ਨਾਲ ਕੰਮ ਕਰਦੇ ਹਾਂ, ਹਸਬੈਂਡ ਦੇ ਨਾਲ ਜੋ ਨਹੀਂ ਉਹ ਗੱਲ ਵੱਖਰੀ ਆ। ਸੋ ਪੀਪਲ ਨੀਡ ਟੂ ਰਿਮੈਂਬਰ ਦੈਟ, ਬਿਕਾਜ਼ ਸਾਰੇ ਫਿਰ ਸੋਚਣ ਲੱਗ ਪੈਂਦੇ ਤਾਂ ਇਹ ਗਲਤ ਕਹਿੰਦੇ, ਨਹੀਂ ਅਸੀਂ ਇਹ ਨਹੀਂ ਕਹਿੰਦੇ ਇਹ ਸਾਰਿਆਂ ਦੇ ਘਰਾਂ 'ਚ ਹੁੰਦਾ, ਇਟ ਡਜ਼ਨਟ। Okay, what we're saying is there is a very fine line between the domestic servitude and marriage and domestic abuse. Yes, they're all different, exactly. I mean, ਵੈਸੇ ਤੁਹਾਡਾ I agree with you, because ਕਿਤੇ ਨਾ ਕਿਤੇ ਜਿੱਦਾਂ ਤੁਸੀਂ ਕਿਹਾ ਵੀ ਸਾਰੇ ਨਹੀਂ ਇੱਦਾਂ ਹੈਗਾ, ਐਕਸੈਪਸ਼ਨਸ ਹੁੰਦੀਆਂ ਨੇ,
ਕਈ ਵਾਰੀ ਇਹ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਦਿੱਤਾ ਜਾਂਦਾ ਐਂਡ ਦੈਨ ਸਾਈਕੋਲੋਜੀਕਲੀ ਉਹਨਾਂ ਚੀਜ਼ਾਂ ਦਾ ਇਫੈਕਟ ਹੁੰਦਾ ਆ ਐਂਡ ਦੈਨ ਵਾਂਸ ਅਗੇਨ ਦੈਟ ਇਜ਼ ਡੈਫੀਨੇਟਲੀ ਤੁਸੀਂ ਉਹਨੂੰ ਡੋਮੈਸਟਿਕ ਅਬਿਊਜ਼ ਮਤਲਬ ਕਿ ਲਾ ਲਓ, ਚਾਹੇ ਮੈਂਟਲ ਅਬਿਊਜ਼ ਲਾਓ, ਚਾਹੇ ਇਮੋਸ਼ਨਲ ਟੌਰਚਰ ਲਾਓ, ਕਿਉਂਕਿ ਇਮੋਸ਼ਨਲੀ ਫਿਰ ਉਹ ਜਿਹੜਾ ਉਹ ਟੌਰਚਰ ਉਹ ਸਟਾਰਟ ਹੋ ਜਾਂਦਾ, ਰਾਈਟ? ਉਹ ਅਬਿਊਜ਼ ਵੀ ਹੋ ਜਾਂਦੇ ਆ ਤਾਂ ਉੱਪਰੋਂ ਤੁਹਾਨੂੰ ਉਹ ਤੁਹਾਡੀ ਐਕਸਪਲੋਇਟੇਸ਼ਨ ਵੀ ਕਰੀ ਜਾਂਦੇ ਆ। ਐਂਡ ਦੈਨ ਸਾਡੀ ਕਮਿਊਨਿਟੀ 'ਚ ਉਹ ਇੱਕ ਚੀਜ਼ ਫਿਰ ਵਰਡ ਹੁੰਦਾ ਆ ਕੋਈ ਨਾ, ਤੇ ਜਾਂ ਫਿਰ ਕਿਸਮਤ ਹੀ ਇੱਦਾਂ ਆ। ਐਗਜ਼ੈਕਟਲੀ, ਇਹ ਕਿਸਮਤ ਦੀ ਗੱਲ ਨਹੀਂ ਹੁੰਦੀ। ਐਗਜ਼ੈਕਟਲੀ, ਓਕੇ, ਇਹ ਕਿਸੇ ਨੇ ਚੋਇਸ ਬਣਾਈ ਆ। somebody is making that decision that ਅਸੀਂ ਤੁਹਾਡੀ ਲਾਈਫ ਤੇ ਹੁਣ ਕੰਟਰੋਲ ਕਰਕੇ ਅਸੀਂ ਤੁਹਾਡੀ ਫਰੀडम ਕੱਟ ਕਰ ਦੇਣੀ ਆ, ਅਸੀਂ ਉੱਥੇ ਤੁਹਾਨੂੰ ਇੱਥੇ ਲੈ ਕੇ ਆਏ ਹਾਂ। ਇਸ ਗੱਲ ਦਾ ਸ਼ੁਕਰ ਕਰ ਤੂੰ, ਇੰਨੀ ਵਾਰੀ ਅਸੀਂ ਇਹ ਗੱਲ ਸੁਣੀ ਆ, ਸ਼ੁਕਰ ਕਰ ਅਸੀਂ ਉੱਥੋਂ ਤੈਨੂੰ ਇੱਥੇ ਲੈ ਕੇ ਆ ਗਏ। ਹੈਂਗ ਔਨ, ਉਹਦੀ ਲਾਈਫ ਉੱਥੇ ਭਾਵੇਂ ਸ਼ਾਇਦ ਜ਼ਿਆਦਾ ਠੀਕ ਰਹਿੰਦੀ। So there's a real difference in a normal marriage, normal arguments, normal housework, ਉਹ ਅਸੀਂ ਸਾਰੇ ਕਰਦੇ ਹਾਂ। ਓਕੇ, ਸਾਡੇ ਕੋਲ ਕੇਸ ਕਈ ਆਏ ਹੋ ਆ ਜਦੋਂ ਕਹਿੰਦੇ ਡੋਮੈਸਟਿਕ ਅਬਿਊਜ਼ ਆ, ਦੀਦੀ ਮੈਨੂੰ ਘਰ ਦਾ ਕੰਮ ਕਰਨਾ ਪੈਂਦਾ। ਅਸੀਂ ਇਹੀ ਸਿੰਪਲ ਕਹਿੰਦੇ ਸਾਰੇ ਘਰ ਦਾ ਕੰਮ ਕਰਦੇ, ਅਸੀਂ ਕਰਦੀਆਂ ਆ ਘਰ ਦਾ ਕੰਮ। ਓਕੇ, ਉਹ ਗੱਲ ਵੱਖਰੀ ਆ। ਮੈਂ ਜ਼ਰੂਰ ਕਹੂੰਗੀ ਬਿਕਾਜ਼ ਲੋਕੀ ਪੀਪਲ ਆਪਣਾ ਮਿਸਇੰਟਰਪ੍ਰੀਟੇਸ਼ਨ ਕਰ ਲੈਂਦੇ ਆ। ਜਿਹੜੀ ਗੱਲ ਉਹ ਸੁਣਨਾ ਚਾਹੁੰਦੇ ਉਹੀ ਕਹਿੰਦੇ ਆ, ਜਿਹੜੀ ਐਸੀ ਗੱਲ ਕਹਿੰਦੇ ਅਸੀਂ ਇਹ ਨਹੀਂ ਕਹਿੰਦੇ ਘਰ ਦਾ ਕੰਮ ਬੈਡ ਚੀਜ਼ ਆ, ਨਨ ਦਾ। ਉਹ ਸਾਰਾ ਕੁਛ ਆਪਣੀ ਲਾਈਫ 'ਚ ਆਪਣੇ ਘਰ 'ਚ ਅਸੀਂ ਸਾਰਾ ਕੁਛ ਕਰਦੇ। ਅਸੀਂ ਇੱਦਾਂ ਕਹਿੰਦੇ ਜਿਹੜੇ ਬਾਹਰੋਂ ਆਏ ਹੋ ਆ ਤਾਂ ਤੁਹਾਨੂੰ ਲੱਗਦਾ ਹੈ ਤਾਂ ਇਸ ਫੈਮਿਲੀ ਦੇ ਵਿੱਚ ਕੁਛ ਸਹੀ ਨਹੀਂ ਲੱਗਦਾ ਨਾ, ਅਸੀਂ ਕਦੇ ਦੇਖੀ ਨਹੀਂ, ਬਾਹਰ ਨੂੰ ਨਹੀਂ ਜਾਂਦੀ, ਘਰ 'ਚ ਲੱਗੀ ਰਹਿੰਦੀ ਆ, ਕਿਸ ਨੂੰ ਬੁਲਾਉਂਦੀ ਨਹੀਂ। ਉਹ ਤੁਹਾਨੂੰ ਉਦੋਂ ਸੋਚਣਾ ਚਾਹੀਦਾ ਇਹ ਠੀਕ ਆ ਜੇ ਨਹੀਂ ਠੀਕ, ਕਿ ਸਾਨੂੰ ਆਪਣੀ ਫੈਮਿਲੀ ਦਾ ਪਤਾ ਹੈ ਸਾਰਿਆਂ ਨੂੰ, ਸਾਡੀ ਫੈਮਿਲੀ ਕਿੱਦਾਂ ਦੀ ਆ, ਡੀਪ ਡਾਊਨ ਸਾਰਿਆਂ ਨੂੰ ਪਤਾ ਹੈ ਆਪਣੇ ਫੈਮਿਲੀ ਦੇ ਕੈਰੈਕਟਰਸ ਕਿੱਦਾਂ ਦੇ ਆ। ਜੇ ਸਾਨੂੰ ਕੋਈ ਇੱਕ ਚੀਜ਼ ਦਿਖਾਉਂਦਾ ਹੈ, ਅਸੀਂ ਬਹੁਤ ਖੁਸ਼ ਹੈ, ਸਾਨੂੰ ਪਤਾ ਲੱਗ ਜਾਂਦਾ ਕਿਸੇ ਘਰ ਜਾ ਕੇ ਨਹੀਂ ਇਹਦੇ ਘਰ 'ਚ ਕੋਈ ਗੱਲ ਹੈਗੀ ਆ। ਦੈਟਸ ਰਾਈਟ, ਇਟਸ ਕਿਊਰੀਓਸਿਟੀ। ਓਕੇ, ਜੇ ਉਹ ਤੁਹਾਡੇ ਮਨ 'ਚ ਸੋਚ ਆਉਂਦੀ ਆ ਉਹ ਥੋੜੀ ਐਕਸਪਲੋਰ ਤੁਹਾਨੂੰ ਕਰਨੀ ਚਾਹੀਦੀ ਆ। ਓਕੇ, ਬਿਕਾਜ਼ ਦੋਜ਼ ਪੀਪਲ ਜਿਹੜੇ ਉਹ ਇੱਦਾਂ ਰਹਿੰਦੇ ਆ ਸਫੋਕੇਟ ਹੋਏ ਆ, ਉਹ ਹੋਰ ਡਰਾਸਟਿਕ ਸਟੈਪਸ ਲੈ ਲੈਂਦੇ ਆ ਫਰੀडम ਲੈਣ ਨੂੰ, and that might be harming themselves. Raj, what about ਇੱਕ ਜਿਹੜੀ ਚੀਜ਼ ਆ ਪਿਛਲੇ, ਹੁਣ ਤਾਂ ਇਹ ਮੈਨੂੰ ਲੱਗਦਾ ਵੀ ਕਿਸੇ ਨੇ ਗੱਲ ਵੀ ਨਹੀਂ ਕੀਤੀ ਕਦੇ। ਹਾਂਜੀ, ਮੈਨੂੰ ਯਾਦ ਆ 1-2 ਸਾਲ ਪਹਿਲੋਂ ਕੁਛ ਇੱਕ ਟੀਵੀ ਚੈਨਲਸ ਨੇ ਇਹ ਗੱਲ ਚੱਕੀ ਸੀਗੀ। ਹਾਂਜੀ, ਔਰ ਇਹਦੇ ਉੱਤੇ ਇੱਕ ਬਹੁਤ ਵੱਡਾ ਇੱਕ ਇੰਗਲਿਸ਼ ਮੇਨ ਸਟ੍ਰੀਮ ਮੀਡੀਆ ਚੈਨਲ ਸੀ, ਉਹਨਾਂ ਨੇ ਵੀ ਡਾਕੂਮੈਂਟਰੀ ਕੀਤੀ ਸੀ। ਉਹਦੇ ਵਿੱਚ ਸੀਗਾ ਜਿਹੜੀ ਕਿ ਸੈਕਸ ਸਲੇਵਰੀ। ਹਾਂਜੀ, ਔਰ ਉਹਦੇ ਵਿੱਚ ਸੈਡਲੀ ਮੈਂ ਇਹ ਬੜੀ ਸਿੱਧੀ ਗੱਲ ਕਹੂੰਗਾ ਕਿ ਪੰਜਾਬੀ ਕੁੜੀਆਂ ਜਿਹੜੀਆਂ ਵਿਚਾਰੀਆਂ ਇੱਥੇ ਆਈਆਂ ਹੋਈਆਂ ਸੀ ਉਹਨਾਂ ਨੂੰ ਵੀ ਐਕਸਪਲੋਇਟ ਕੀਤਾ ਗਿਆ ਜਾਂ ਅਜੇ ਵੀ ਸ਼ਾਇਦ ਕੀਤਾ ਜਾਂਦਾ ਹੈ। ਕੀ ਉਹੋ ਜਿਹੀਆਂ ਚੀਜ਼ਾਂ ਨੂੰ ਜੇ ਉਹ ਜਿਹੜੀਆਂ ਕੁੜੀਆਂ ਨੇ ਜਿਹੜੀਆਂ ਇਸ ਤਰ੍ਹਾਂ ਦੇ ਨਾਲ ਐਕਸਪਲੋਇਟ ਹੋਈਆਂ ਨੇ ਜਾਂ ਹੋ ਰਹੀਆਂ ਨੇ ਜਾਂ ਸੈਕਸ਼ੂਅਲੀ ਅਬਿਊਜ਼ ਜਿਹੜਾ ਆ, ਕਿ ਉਹਨਾਂ ਦੇ ਵਿੱਚ ਗਵਰਨਮੈਂਟ ਟੇਕ ਦੈਟ ਵੈਰੀ ਸੀਰੀਅਸਲੀ? ਇਟਸ ਵੈਰੀ ਹਾਈ ਔਨ ਦੀ ਏਜੰਡਾ, ਰਾਈਟ? ਓਕੇ, ਬਿਕਾਜ਼ ਉਹ ਗੱਲ ਵੱਖਰੀ ਹੋ ਜਾਂਦੀ ਆ। ਓਕੇ, ਉਹ ਸਿਰਫ ਕਿਉਂਕਿ ਮੈਂ ਇੱਥੇ ਇਸ ਕਰਕੇ ਵੀ ਇਹ ਸਵਾਲ ਮੈਂ ਕੀਤਾ ਹੈ ਕਿਉਂਕਿ ਮੈਨੂੰ ਇਹ ਕਿ ਹੋ ਸਕਦਾ ਬਾਹਰ ਕੋਈ ਇਹੋ ਜਿਹਾ ਸ਼ਖਸ ਸੁਣਦਾ ਹੋਵੇ ਜਿਹੜਾ ਉਸ ਚੀਜ਼ ਚੋਂ ਲੰਘ ਰਿਹਾ ਹੋਵੇ, ਲੰਘ ਚੁੱਕਾ ਹੋਵੇ, ਤੇ ਉਹਨਾਂ ਨੂੰ ਪਤਾ ਹੀ ਨਹੀਂ ਅਸੀਂ ਜਾਣਾ ਕਿੱਥੇ ਆ, ਜਾਂ ਉਹਨਾਂ ਨੂੰ ਸੈਕਸ਼ੂਅਲੀ ਤਾਂ ਇੱਕ ਮਤਲਬ ਕਿ ਐਕਸਪਲੋਇਟ ਕੀਤਾ ਗਿਆ ਆ, ਪਰ ਮੈਂਟਲੀ ਵੀ ਇੱਕ ਟੌਰਚਰ ਕਰਕੇ ਉਹਨਾਂ ਦੇ ਦਿਮਾਗ 'ਚ ਚੀਜ਼ ਪਾ ਦਿੱਤੀ ਗਈ ਆ ਕਿ ਨਹੀਂ ਦਿਸ ਇਜ਼ ਨੋਰਮਲ, ਬਟ ਦਿਸ ਇਜ਼ ਨਾਟ ਨੋਰਮਲ। It's not, okay? ਹੁਣ let's look at it in a different way. Right. Okay, you can look at it in two ways. ਇੱਕ ਆ ਉਹ ਕੁੜੀਆਂ ਨੂੰ ਇੱਥੇ ਟ੍ਰੈਫਿਕ, ਜਿੱਦਾਂ ਮੈਂ ਕਹਿੰਦੀ ਸੀ 5 ਕੁੜੀਆਂ ਇੱਕ ਕਾਲਜ ਪੜ੍ਹਦੀਆਂ ਹੋ ਗਈਆਂ, ਉਹਨਾਂ ਨੂੰ ਕਹਿ ਦਿੰਦੇ ਅਸੀਂ ਤੁਹਾਨੂੰ ਫਾਰਮਾਂ 'ਚ ਕੰਮ ਕਰਾਉਣਾ, ਪਰ ਐਕਚੁਅਲੀ ਅਸੀਂ ਤੁਹਾਨੂੰ ਜਗ੍ਹਾ ਤੇ ਜਗ੍ਹਾ ਤੁਹਾਨੂੰ ਜਾ ਕੇ ਅਸੀਂ ਵੇਚਣਾ ਆ। ਓਕੇ, ਉਹ ਤੁਸੀਂ ਤਾਂ ਬਿਜ਼ਨਸ ਬਣ ਗਏ। Okay, so you've got that's when we say trafficking. Okay, then you've got just say ਇੱਥੇ ਕੁੜੀਆਂ ਬਾਹਰੋਂ ਆਈਆਂ ਆ, ਵਿਆਹ ਕਰਕੇ ਆਈਆਂ ਆ। ਓਕੇ, ਤਾਂ ਉਹਨੇ ਦੇ ਫੈਮਿਲੀ ਪ੍ਰੋਬਲਮਸ ਕਰਕੇ ਉਹ ਆਪਣੇ ਹਸਬੈਂਡ ਨੂੰ ਛੱਡ ਕੇ ਚਲ ਜਾਂਦੀਆਂ, ਉਹ ਵੀ ਵਰਨੇਬਲ ਬਣ ਜਾਂਦੀਆਂ ਆ ਬਿਕਾਜ਼ ਜੇ ਉਹ ਇੱਥੇ ਪੱਕੀਆਂ ਨਹੀਂ ਹੈਗੀਆਂ, ਓਕੇ, ਨਾ ਕੰਮ ਕਰਦੀਆਂ, ਕਿਸੇ ਨੂੰ ਪਤਾ ਲੱਗ ਗਿਆ ਦਾ ਐਕਚੁਅਲੀ ਇਹ ਵਰਨੇਬਲ ਆ, ਇਹਨੂੰ ਜੇ ਲੈਂਗੁਏਜ ਵੀ ਨਾ ਹੋਵੇ ਫਿਰ ਤਾਂ ਬਿਲਕੁਲ ਹੀ ਉੱਥੋਂ ਵੀ ਅਸੀਂ ਐਕਸਪਲੋਇਟ ਕਰ ਸਕਦੇ ਹਾਂ। ਓਕੇ, ਇਟ ਕੁਡ ਬੀ ਜਿਹੜੀ ਆਂਟੀ ਇੱਕ ਰੋਡ ਤੇ ਰਹਿੰਦੀ ਹੋਗੀ, ਬਹੁਤ ਭਲੀ ਮਾਨਸ ਆਂਟੀ ਆ, ਉਹ ਕਹੇਗੀ ਬੇਟੇ ਤੂੰ ਮੇਰੇ ਕੋਲ ਆ ਕੇ ਰਹਿ ਲਾ, ਸਾਨੂੰ ਕੀ ਪਤਾ ਆਂਟੀ ਦੀ ਬਿਜ਼ਨਸ ਕੀ ਆ। ਦੈਟਸ ਰਾਈਟ, ਆਂਟੀ ਦੀ ਫੈਮਿਲੀ ਦੀ ਬਿਜ਼ਨਸ ਕੀ ਆ, ਹੈ ਨਾ। ਤੁਸੀਂ ਟਾਰਗੇਟ ਬਣ ਜਾਂਦੇ ਆ, right, to be exploited, to be sexually abused, mentally abused. ਉਹ ਆਪਣਾ ਘਰ ਦਾ ਵੀ ਕੰਮ ਕਰਾ ਸਕਦੇ ਤੁਹਾਡੇ ਤੋਂ, ਤਾਂ ਤੁਹਾਨੂੰ ਸੈਕਸ਼ੂਅਲੀ ਐਕਸਪਲੋਇਟ ਵੀ ਕਰੀ ਜਾਣ। ਕਿਸ ਨੂੰ ਥੋੜਾ ਪਤਾ ਹੁਣ ਨਾ, ਇੱਥੇ ਤਾਂ ਸਾਨੂੰ ਪਤਾ ਵੀ ਨਹੀਂ, ਤਾਂ ਤੁਸੀਂ ਇਸ ਕੰਟਰੀ 'ਚ ਹੈਗੇ ਆ ਬਿਕਾਜ਼ ਤੁਸੀਂ ਤੇ ਪੱਕੇ ਨਹੀਂ ਹੈਗੇ।
That's right. ਨਾ ਤੁਸੀਂ ਡਾਕਟਰ ਦੇ ਨਾਲ ਰਜਿਸਟਰ ਹੋਏ ਹੋ ਨਾ ਕੋਈ GP ਨਾ ਕੋਈ ਫਿਗਰ ਤੁਹਾਡਾ ਹੈ ਨਹੀਂਗਾ ਕੁਛ ਨਹੀਂ ਹੈਗਾ okay so that's where people become very vulnerable ਇਹਦੇ ਨਾਲੋਂ ਤੁਸੀਂ ਕਿਸੇ ਕੋ ਨਾ ਜਾਓ ਹੈਲਪ ਲੈਣ ਲਈ ਸਿੱਧੀ ਤੁਸੀਂ ਪੁਲਿਸ ਨੂੰ ਜਾ ਕੇ ਦੱਸੋ okay that ਇਹ ਸਾਡੇ ਨਾਲ ਹੋਇਆ ਆ ਇਹ ਪ੍ਰੋਬਲਮ ਇਹ ਚੋਂ ਨੰਗੇ ਹੋਆ ਉਹ ਆਪ ਹੀ ਤੁਹਾਡੀ ਮਦਦ ਕਰੋਗੇ they've got teams to do that or they can definitely ਜਿਹੜਾ ਕੋਈ ਜੇਕਰ ਕੋਈ ਇਦਾਂ ਦਾ ਕੇਸ ਹੋਵੇ ਡੈਫੀਨਿਟਲੀ ਉਹ ਜਿਸ ਵੀ ਏਰੀਆ 'ਚ ਰਹਿੰਦੇ ਨੇ ਜਿਵੇਂ ਕਿ ਇੱਥੇ ਆਪਣੇ ਕੋਲ ਬਲੈਕ ਕੰਟਰੀ ਵਿਮਨਸ ਏਡ ਆ ਸੋ ਇਦਾਂ ਦੀ ਜੇ ਕੋਈ ਵੀ ਲੋਕਲ ਆਰਗੇਨਾਈਜੇਸ਼ਨ ਜਾਂ ਕੋਈ ਏਡ ਹੋਵੇ ਉਹਨਾਂ ਦੇ ਨਾਲ ਉਹ ਇਨ ਟੱਚ ਹੋ ਸਕਦੇ ਨੇ ਵਿਦ ਅ ਮੇਲ ਔਰ ਅ ਫੀਮੇਲ ਮੈਂ ਇੱਥੇ ਇੱਕ ਚੀਜ਼ ਜ਼ਰੂਰ ਮੈਂ ਕਹੂੰਗਾ ਜੀ ਇਹਨਾਂ ਚੀਜ਼ਾਂ ਦਾ ਕਿਰਪਾ ਕਰਕੇ ਮੈਂ ਇੱਕ ਜ਼ਰੂਰ ਹੱਥ ਬੰਨ੍ਹ ਕੇ ਵੈਸੇ ਰਿਕੁਐਸਟ ਹੀ ਆ ਕਿ ਇਹ ਨਾ ਹੋਏ ਕਿ ਇਸ ਚੀਜ਼ ਦਾ ਗੁੱਸਾ ਕਰਕੇ ਤੁਸੀਂ ਕਾਲਸ ਕੰਪਲੇਨਸ ਕਰਨ ਲੱਗ ਪਓ ਇਹ ਜਿਹੜੀਆਂ ਗੱਲਾਂ ਅਸੀਂ ਕਰ ਰਹੇ ਹਾਂ ਇਹ ਹੈਗੀਆਂ ਨੇ ਜੇ ਕਿਸੇ ਨੂੰ ਸ਼ੱਕ ਹੋਵੇ ਉਹ ਬੇਸ਼ੱਕ ਤੁਸੀਂ KTV ਦੇ ਜ਼ਰੀਏ ਮੇਰੇ ਨਾਲ ਇਨ ਟੱਚ ਹੋ ਜਿਓ ਆਲ ਬੀ ਮੋਰ ਦੈਨ ਹੈਪੀ ਟੂ ਸਿਟ ਡਾਊਨ ਵਿਦ ਯੂ ਐਂਡ ਸ਼ੋ ਯੂ ਦ ਫੈਕਟਸ ਐਂਡ ਫਿਗਰਸ ਮੈਂ ਤੁਹਾਡੇ ਸਾਹਮਣੇ ਜੇ ਨਹੀਂ ਹੋ ਸਕਦਾ ਕਈ ਵਾਰੀ ਨਹੀਂ ਆਪਾਂ ਨੂੰ ਪਤਾ ਹੁੰਦਾ ਜਾਂ ਇੰਨਾ ਟਾਈਮ ਨਹੀਂ ਹੁੰਦਾ ਸਾਨੂੰ ਵੀ ਅਸੀਂ ਉਹ ਸਾਰਾ ਕੁਝ ਦੇਖੀਏ ਕੀ ਕੁਝ ਹੋ ਰਿਹਾ ਆਲ ਬੀ ਮੋਰ ਦੈਨ ਹੈਪੀ ਮੈਂ ਤੁਹਾਨੂੰ ਇਹੋ ਜਿਹੀਆਂ ਘੱਟੋ ਘੱਟ ਮੈਂ ਤੁਹਾਨੂੰ ਇਹੋ ਜਿਹੀਆਂ 50 ਜਿਹੜੀਆਂ ਨੇ ਨਿਊਜ਼ ਨੇ ਆਰਟੀਕਲਸ ਨੇ ਮੈਂ ਤੁਹਾਨੂੰ ਉਹ ਈਮੇਲ ਕਰ ਦਊਂਗਾ ਤੁਸੀਂ ਆਪਣੀ ਈਮੇਲ ਹੀ ਛੱਡ ਦਿਓ ਟੀਵੀ ਦੇ ਉੱਤੇ ਕਿਉਂਕਿ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਔਰ ਇਸੇ ਕਰਕੇ ਹੀ ਯੂ نو ਵਿਦ ਬਲੈਕ ਕੰਟਰੀ ਵਿਮਨਸ ਏਡ ਇਹਨਾਂ ਦੇ ਨਾਲ ਰਾਜ ਹੋਰਾਂ ਦੇ ਨਾਲ ਮਿਲ ਕੇ ਇਹ ਜਿਹੜੀਆਂ ਚੀਜ਼ਾਂ ਜਿਹੜਾ ਪ੍ਰੋਗਰਾਮ ਆ ਖਾਸ ਤੌਰ ਤੇ KTV ਨੇ ਇਹ ਜਿਹੜਾ ਉਲੀਕਿਆ ਆ ਤਾਂ ਕਿ ਇਹ ਸਾਰੀ ਇਨਫੋਰਮੇਸ਼ਨ ਜਿਨ੍ਹਾਂ ਨੂੰ ਅਸੀਂ ਸਾਲਾਂ ਤੋਂ ਸਾਲ ਪਤਾ ਨਹੀਂ ਮੈਨੂੰ ਅੱਜ ਤੱਕ ਵੈਸੇ ਪਤਾ ਨਹੀਂ ਲੱਗਾ ਵੀ ਇਹਨਾਂ ਚੀਜ਼ਾਂ ਨੂੰ ਲੈ ਕੇ ਕਿਉਂ ਸਾਨੂੰ ਹੁੰਦਾ ਵੀ ਉਹ ਇਹ ਗੱਲ ਕਰ ਦਿੱਤੀ ਉਹ ਆਹ ਗੱਲ ਤੁਸੀਂ ਕਰ ਦਿੱਤੀ ਤੁਸੀਂ ਇਦਾਂ ਦੀਆਂ ਗੱਲਾਂ ਟੀਵੀ ਤੇ ਕਰਦੇ ਹੋ ਮਤਲਬ ਹੋਰ ਜੋ ਮਰਜ਼ੀ ਹੋਵੇ ਮਤਲਬ ਅਸੀਂ ਉਹ ਫਿਰ ਮੈਂ ਕਹਿਣਾ ਨਹੀਂ ਚਾਹੁੰਦਾ ਸ਼ਬਦ ਉਹ ਟੀਵੀ ਉੱਤੇ ਵੀ ਫਿਰ ਕਿਸੇ ਨੇ ਆਫਕੌਮ ਨੂੰ ਕੰਪਲੇਨ ਵੀ ਕਰਨੀ ਹੈ ਵੀ ਲੋਕ ਕੇ ਅਸੀਂ ਜੋ ਮਰਜ਼ੀ ਦੇਖੀ ਜਾਈਏ ਪਰ ਜੋ ਰਿਐਲਿਟੀ ਹੋ ਰਹੀ ਹੈ ਨਾ ਅਸੀਂ ਰਿਐਲਿਟੀ ਤੋਂ ਅਸੀਂ ਦੂਰ ਨਾ ਸਾਨੂੰ ਕੋਈ ਮਤਲਬ ਇਹ ਹੁੰਦਾ ਆ ਵੀ ਕਈ ਵਾਰੀ ਨਾ ਮੇਰੇ ਵਰਗੇ ਨੂੰ ਇਹ ਹੁੰਦਾ ਵੀ ਮੈਨੂੰ ਕੋਈ ਆ ਕੇ ਸ਼ੀਸ਼ਾ ਨਾ ਮੈਂ ਕਿਸੇ ਦੀ ਮੈਂ ਤੁਹਾਨੂੰ ਨਹੀਂ ਕਹਿ ਰਿਹਾ ਹੁਣ ਮੈਂ ਆਪਣੇ ਨੂੰ ਕਹਿੰਦਾ ਵੀ ਕੋਈ ਸ਼ੀਸ਼ਾ ਨਾ ਦਿਖਾ ਦੇਵੇ ਕਿਉਂਕਿ ਫਿਰ ਔਖਾ ਲੱਗਦਾ ਆ ਹਾਂਜੀ ਰਾਜ ਇਹਦੇ ਵਿੱਚ ਇੱਕ ਲਾਸਟ ਦੇ ਉੱਤੇ ਜਿਹੜੀ ਹੈਗੀ ਆ ਕਿ ਆਪਾਂ ਹੁਣੇ ਗੱਲ ਕੀਤੀ ਆ ਮਾਡਰਨ ਸਲੇਵਰੀ ਹਾਂਜੀ ਓਬਵੀਅਸਲੀ ਇਹਦੇ ਵਿੱਚ ਸੈਕਸ਼ੂਅਲ ਐਕਸਪਲੋਇਟੇਸ਼ਨ ਇਹਦੇ ਵਿੱਚ ਤੁਹਾਡਾ ਜਿਹੜਾ ਹੈਗਾ ਡੋਮੈਸਟਿਕ ਅਬਿਊਜ਼ ਵੀ ਆਉਂਦਾ ਆ ਸਾਰਾ ਕੁਝ ਆ ਜਾਂਦਾ ਈਵਨ ਇੱਥੇ ਕੰਮ ਦੇ ਬਹਾਨੇ ਮੁੰਡਿਆਂ ਨੂੰ ਕੁੜੀਆਂ ਨੂੰ ਕਿਸੇ ਵੀ ਕੰਟਰੀ ਤੋਂ ਮੈਂ ਇਕੱਲਾ ਇੰਡੀਆ ਨਹੀਂ ਕਹੂੰਗਾ ਚਾਹੇ ਪਾਕਿਸਤਾਨ ਹੋਵੇ ਚਾਹੇ ਵਰਲਡ ਦੀ ਕਿਸੇ ਕੰਟਰੀ ਤੋਂ ਵੀ ਲਿਆ ਕੇ ਯੂਰਪੀਅਨ ਕੰਟਰੀਆਂ ਵੀ ਗਰੀਬ ਨੇ ਇੱਥੋਂ ਲਿਆ ਕੇ ਤੇ ਉਹਨਾਂ ਦੀ ਮਾਰਕੁੱਟ ਵੀ ਕੀਤੀ ਜਾਂਦੀ ਹੈ ਘਰਾਂ ਦੇ ਵਿੱਚ ਇਹੋ ਜਿਹੇ ਮਾਮਲੇ ਵੀ ਬਹੁਤ ਸਾਹਮਣੇ ਆਏ ਨੇ ਵਿਦਆਊਟ ਅ ਡਾਊਟ ਕੀ ਇਹ ਜਿਹੜੀਆਂ ਫਿਗਰਸ ਨੇ can you see like a decrease or increase so that's pretty actually that's actually pretty bad so but basically at the end help available hai hanji help they can get in touch yes they can and there is help thank you very much once again I really appreciate it and we'll see you in the next show and we'll talk about it ਸੋ ਗਾਇਜ਼ ਜਿਹੜਾ ਅੱਜ ਦਾ ਇਹ ਜਿਹੜਾ ਸ਼ੋਅ ਆ ਮੇਰੇ ਖਿਆਲ ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਕਲੀਅਰ ਹੋਈਆਂ ਨੇ ਕਿਉਂਕਿ ਜਦੋਂ ਆਪਾਂ ਗੱਲ ਕਰਦੇ ਹਾਂ ਆਪਾਂ ਡੋਮੈਸਟਿਕ ਵਾਇਲੈਂਸ ਦੀ ਆਪਾਂ ਗੱਲ ਕਰਦੇ ਹਾਂ ਪਲੀਜ਼ ਯਾਦ ਰੱਖਿਓ ਸਿਰਫ ਉਹਦੇ ਵਿੱਚ ਇੱਕ ਕਪਲ ਦੇ ਵਿੱਚ ਉਹ ਫਿਜ਼ੀਕਲ ਕੁੱਟਮਾਰੀ ਨਹੀਂ ਹੈਗੀ ਉਹਦੇ 'ਚ ਹੋਰ ਬਹੁਤ ਕੁਛ ਆ ਉਹਦੇ ਸਾਈਕੋਲੋਜੀਕਲ ਇਫੈਕਟ ਹੁੰਦੇ ਨੇ ਬੱਚਿਆਂ ਤੇ ਹੁੰਦੇ ਨੇ ਅੱਜ ਇਹ ਮਾਡਰਨ ਸਲੇਵਰੀ ਦੀ ਗੱਲ ਕੀਤੀ ਹੈ ਵੈਸੇ ਮੈਂ ਇੱਕ ਚੀਜ਼ ਜ਼ਰੂਰ ਮੈਂ ਇੱਕ ਪ੍ਰੋਗਰਾਮ 'ਚ ਪਹਿਲਾਂ ਵੀ ਕਹੀ ਸੀ ਮੈਂ ਫਿਰ ਵੀ ਕਹੂੰਗਾ ਔਰ ਇਹ ਮੈਂ ਜਿਹੜੀ ਇਹ ਗੱਲ ਆ ਇਹ ਖਾਸ ਤੌਰ ਤੇ ਜਿਹੜੇ ਸਾਡੇ ਵਲੈਤੀਏ ਨੇ ਇੰਗਲੈਂਡ ਤੋਂ ਨੇ ਚਾਹੇ ਉਹ ਕੈਨੇਡਾ ਤੋਂ ਨੇ ਆਸਟ੍ਰੇਲੀਆ ਤੋਂ ਨੇ ਸਕਾਟਲੈਂਡ ਤੋਂ ਨੇ ਵੇਲਸ ਤੋਂ ਨੇ ਜਿਹੜੇ ਬਾਹਰਲੇ ਦੇਸ਼ਾਂ 'ਚ ਮੁਲਕਾਂ 'ਚ ਰਹਿੰਦੇ ਨੇ ਜਦੋਂ ਤੁਸੀਂ ਇੰਡੀਆ ਜਾਂਦੇ ਹੋ ਨਾ ਤੇ ਕਿਤੇ ਨਾ ਕਿਤੇ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਅਸੀਂ ਵੀ ਉਹਦਾ ਹਿੱਸਾ ਆ ਕਿਵੇਂ ਆ ਜਦੋਂ ਤੁਸੀਂ 에ਅਰਪੋਰਟ ਤੇ ਉਤਰਦੇ ਹੋ ਰਸਤੇ 'ਚ ਕਿਸੇ ਢਾਬੇ ਤੇ ਰੁਕਦੇ ਹੋ ਤੇ ਜੇਕਰ ਉੱਥੇ ਤੁਹਾਨੂੰ ਆ ਕੇ ਕੋਈ ਬੱਚਾ ਚਾਹ ਸਰਵ ਕਰ ਰਿਹਾ ਨਾ ਤੁਸੀਂ ਉਹਦੇ ਹੱਥੋਂ ਚਾਹ ਲਈ ਆ then you're responsible as well ਤੁਸੀਂ ਵੀ ਉਹਨੇ ਰਿਸਪੌਂਸਿਬਲ ਹੋ ਤੁਸੀਂ ਘਰਾਂ 'ਚ ਜਾਂਦੇ ਹੋ ਅਖੰਡ ਪਾਠ ਸਾਹਿਬ ਕਰਵਾਉਂਦੇ ਹੋ ਖੁਸ਼ੀਆਂ ਹੁੰਦੀਆਂ ਨੇ ਬਰਥਡੇ ਪਾਰਟੀਆਂ ਹੁੰਦੀਆਂ ਨੇ ਵਿਆਹ ਹੁੰਦੇ ਨੇ ਪੰਜਾਬ ਦੇ ਵਿੱਚ ਤੇ ਜੇ ਉੱਥੇ ਬੱਚੇ ਆਉਂਦੇ ਨੇ ਸਫਾਈਆਂ ਕਰਨ ਤੁਹਾਡੇ ਪਿੰਡ ਦੇ ਬੱਚੇ ਚਾਹੀਦਾ ਤਾਂ ਇਹ ਹੈ ਵੀ ਉਹਨਾਂ ਬੱਚਿਆਂ ਨੂੰ ਤੁਸੀਂ ਕਿਤਾਬਾਂ ਲੈ ਕੇ ਦਿਓ ਉਹਨਾਂ ਬੱਚਿਆਂ ਦੀਆਂ ਸਕੂਲ ਦੀਆਂ ਫੀਸਾਂ ਪੇ ਕਰੋ ਆਪਣੇ ਵਿਆਹਾਂ ਦੇ ਬਜਟ ਘਟਾ ਦਿਓ ਕਦੇ ਕਿਸੇ ਨੇ ਕੋਈ ਭਾਗਾਂ ਵਾਲਾ ਹੋਊਗਾ ਕਦੇ ਸੋਚ ਕੇ ਦੇਖਿਓ ਕਿ ਕਦੋਂ ਲਾਸਟ ਟਾਈਮ ਤੁਸੀਂ ਆਪਣੇ ਪਿੰਡ ਜਾ ਕੇ ਤੇ ਆਪਣੇ ਪਿੰਡ ਦੇ ਵਿੱਚ 3 4 ਜਾਂ 5 ਬੱਚਿਆਂ ਨੂੰ 1 ਸਾਲ ਦੇ ਵਾਸਤੇ ਉਹਨਾਂ ਦੀ ਸਟੱਡੀ ਸਪਾਂਸਰ ਕੀਤੀ ਸੀ ਜੇ ਨਹੀਂ ਕੀਤੀ ਸੀ ਤੇ ਤੁਸੀਂ ਵੀ ਉਹਦੇ ਹਿੱਸੇਦਾਰ ਹੋ ਤੁਸੀਂ ਵੀ ਜ਼ਿੰਮੇਦਾਰ ਹੋ ਉਨੇ ਇਹ ਜਿਹੜੀ ਮਾਡਰਨ ਡੇ ਜਿਹੜੀ ਸਲੇਵਰੀ ਆ ਜੇਕਰ ਤੁਹਾਡੇ ਘਰ ਦੇ ਵਿੱਚ ਆ ਕੇ ਤੇ ਕਿਸੇ ਬੱਚੇ ਨੇ ਕਦੇ ਭਾਂਡਾ ਮਾਂਜਿਆ ਆ ਤੁਸੀਂ ਵੀ ਮਾਡਰਨ ਡੇ ਜਿਹੜੀ ਸਲੇਵਰੀ ਆ ਤੁਸੀਂ ਉਹਦਾ ਪਾਰਟ ਹੋ ਤੁਸੀਂ ਉਹਦੇ ਤੋਂ ਬਾਹਰ ਨਹੀਂ ਹੋ ਸਕਦੇ ਬੇਸ਼ੱਕ ਇਹ ਮੇਰੇ ਤੇ ਤੁਸੀਂ ਕੰਪਲੇਨ ਕਰ ਦਿਓ ਮੇਰੀ ਸ਼ਿਕਾਇਤ ਕਰ ਦਿਓ ਨੋ ਪ੍ਰੋਬਲਮ ਐਟ ਆਲ ਟੀਵੀ ਦਾ ਨੰਬਰ ਥੱਲੇ ਚੱਲ ਰਿਹਾ ਪਰਫੈਕਟਲੀ ਫਾਈਨ ਪਰ ਸੱਚ ਰਹਿਣਾ ਨਿੰਮ
ਕੌੜੀ ਹੁੰਦੀ ਆ ਪਰ ਉਹਦੇ ਫਾਇਦੇ ਬਹੁਤ ਹੁੰਦੇ ਨੇ। ਸੋ ਇਸ ਕਰਕੇ ਮਿਲਦੇ ਹਾਂ ਜੀ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ। ਆਪੋ ਆਪਣਾ ਰੱਖਿਓ ਖਿਆਲ ਆਪਣੇ ਆਲੇ ਦੁਆਲੇ ਦਾ ਖਾਸ ਕਰਕੇ, ਅਤੇ ਪਲੀਜ਼ ਥਿੰਕ ਅਬਾਊਟ ਇਟ। ਅੱਜ ਉਹ ਟਾਈਮ ਆ ਸਾਨੂੰ ਸੋਚਣ ਵਿਚਾਰਨ ਦੀ ਜ਼ਰੂਰਤ ਆ ਬਿਫੋਰ ਇਟਸ ਟੂ ਲੇਟ। ਸਤਿ ਸ਼੍ਰੀ ਅਕਾਲ।